ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਗਾ ਜੀ। ਮਿੰਟੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇ ਜਰੂਡਲੈਂਡ, ਪਰਮਜੀਤ ਕੌਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਜੀਐਨ ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਓਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਤਾ ਨੀਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਐਂਟਲੀਵ ਟਰੱਕ ਸਟਾਪ ਵਾਲੇ ਤੇ ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵਿਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 11 ਜੂਨ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਮਿੰਟੂ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਤੋਂ। ਉਹਦੀ ਰਿਹਾਈ ਦੇ ਲਈ ਕਹਿੰਦੇ ਯਤਨ ਸ਼ੁਰੂ ਹੈ ਤੇ ਸ਼ਾਇਦ ਬਾਹਰ ਆ ਕੇ ਸਹੁੰ ਚੁੱਕਣੀ ਹੈ, ਇਸ ਦੇ ਲਈ ਰਿਹਾਈ ਦੇ ਲਈ ਯਤਨ ਕੀਤੇ ਜਾ ਰਹੇ ਨੇ ਜੀ। ਆਪਾਂ ਗੱਲਬਾਤ ਮਿੰਟੂ ਜੀ ਨਾਲ ਕਰ ਰਹੇ ਹਾਂ ਤੇ ਜੀ ਮਿੰਟੂ ਜੀ ਮੇਰੀ ਆਵਾਜ਼ ਆ ਰਹੀ ਹੈ? ਹਾਂਜੀ ਹੁਣ ਆ ਰਹੀ। ਹਾਂਜੀ ਠੀਕ ਹੈ ਜੀ। ਤਾਂ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦਾ ਜਿੱਥੋਂ ਤੱਕ ਮਸਲਾ ਹੈ, ਉਹਦੇ ਵਿੱਚ ਵੇਖੋ ਗੱਲ ਕੀ ਹੈ ਕਿ ਸਾਡੇ ਸਾਹਮਣੇ ਕਈ ਮਿਸਾਲਾਂ ਨੇ ਕਿ ਸੰਜੇ ਸਿੰਘ ਜਿਵੇਂ ਸਹੁੰ ਚੁੱਕ ਗਿਆ ਸੀ ਪਰ ਉਹਨਾਂ ਨੂੰ ਕੋਰਟ ਦਾ ਸਹਾਰਾ ਲੈਣਾ ਪਿਆ ਸੀ। ਇਸ ਤੋਂ ਇਲਾਵਾ ਇੱਕ ਵੇਲੇ ਉਹ ਵੀ ਦ੍ਰਿਸ਼ ਲੋਕਾਂ ਨੇ ਵੇਖਿਆ ਕਿ ਜਦੋਂ ਇੱਕ ਐਮਪੀ ਨੂੰ ਜੇਲ੍ਹ ਦੇ ਵਿੱਚੋਂ ਵੋਟ ਪਾਉਣ ਵਾਸਤੇ ਉਦੋਂ ਲਿਆਂਦਾ ਗਿਆ ਸੀ ਜਦੋਂ ਮਨਮੋਹਨ ਸਿੰਘ ਸਰਕਾਰ ਦਾ ਫਲੋਰ ਟੈਸਟ ਹੋਇਆ ਸੀਗਾ ਅਮਰੀਕਾ ਦੇ ਨਾਲ ਨਿਊਕਲੀਅਰ ਡੀਲ ਤੋਂ ਬਾਅਦ। ਇਸ ਤਰ੍ਹਾਂ ਦੇ ਬਹੁਤ ਸਾਰੇ ਮੌਕੇ ਜਿਹੜੇ ਆ ਉਹ ਹੈਗੇ ਨੇ ਕਿ ਆਰਜ਼ੀ ਰਿਹਾਈ ਜਿਹੜੀ ਹੋ ਜਾਂਦੀ ਆ। ਹਾਂ, ਇਹ ਮਸਲਾ ਹੁੰਦਾ ਕਿ ਕੀ ਕਿਸੇ ਤੇ ਨੈਸ਼ਨਲ ਸਿਕਿਉਰਿਟੀ ਐਕਟ ਲੱਗਾ ਹੈ ਤਾਂ ਉਹ ਜਾ ਸਕਦਾ। ਉਹਦੇ ਵਿੱਚ ਹੁਣ ਜੇ ਤੁਸੀਂ ਸੈਕਸ਼ਨ 15 ਪੜ੍ਹੋਗੇ ਐਨਐਸਏ ਦਾ, ਉਹਦੇ ਚ ਸਾਫ਼ ਲਿਖਿਆ ਹੋਇਆ ਕੇਂਦਰ ਇੱਕ ਮਿਆਦ ਵਾਸਤੇ ਕਿਸੇ ਵੀ ਐਨਐਸਏ ਦੇ ਦੋਸ਼ੀ ਨੂੰ ਇਜਾਜ਼ਤ ਦੇ ਸਕਦਾ ਹੈ ਤੇ ਨਾਲ ਹੀ ਉਹਦੇ ਕੋਲ ਇਹ ਵੀ ਅਖਤਿਆਰ ਹੈ ਕਿ ਉਹ ਕਿਸੇ ਵੇਲੇ ਵੀ ਕੈਂਸਲ ਕਰ ਸਕਦਾ। ਇਹਦਾ ਮਤਲਬ ਹੈ ਕਿ ਆਰਜ਼ੀ ਰਿਹਾਈ ਪ੍ਰੋਵੀਜ਼ਨਲ ਹੈਗੀ ਆ। ਹੁਣ ਉਹਦੇ ਚ ਕੇਂਦਰ ਸਰਕਾਰ ਆਪਣੇ ਪੱਧਰ ਤੇ ਜੇ ਨਹੀਂ ਅਲਾਉ ਕਰਦੀ ਤਾਂ ਫਿਰ ਉਹ ਜਿਹੜਾ ਕਾਨੂੰਨਨ ਅਧਿਕਾਰ ਹੈ ਕਿਸੇ ਵੀ ਬੰਦੀ ਦੇ ਕੋਲ ਤਾਂ ਫਿਰ ਕੋਰਟ ਦੇ ਥਰੂ ਕਰਵਾਇਆ ਜਾ ਸਕਦਾ ਉਸ ਦਾ ਪਾਲਣ। ਇਹਦੇ ਵਾਸਤੇ ਹੁਣ ਇਹਨਾਂ ਦੇ ਵਕੀਲ ਜਿਹੜੇ ਆ ਅਮਰਤਪਾਲ ਸਿੰਘ ਹੋਰਾਂ ਦੇ, ਉਹ ਤਿਆਰ ਹੋਣਗੇ ਕਿਉਂਕਿ ਇਮਾਨ ਸਿੰਘ ਖਾਰਾ ਦਾ ਵੀ ਬਿਆਨ ਲੱਗਾ ਹੋਇਆ ਸੀ ਅੱਜ, ਉਹ ਵੀ ਕਹਿ ਰਹੇ ਆ ਤੇ ਆਰਐਸ ਬੈਂਸ ਦਾ ਵੀ ਬਿਆਨ ਲੱਗਾ ਹੋਇਆ ਸੀਗਾ। ਇਸ ਤੋਂ ਇਲਾਵਾ ਰਾਜਦੇਵ ਸਿੰਘ ਖਾਲਸਾ ਜਿਹੜੇ ਅੱਜ ਕੱਲ ਅਮਰਤਪਾਲ ਸਿੰਘ ਦੇ ਸਿਆਸੀ ਮਾਰਗਦਰਸ਼ਨ ਜ਼ਿਆਦਾ ਨਜ਼ਰ ਆਉਂਦੇ, ਵਕੀਲ ਘੱਟ ਨਜ਼ਰ ਆਉਂਦੇ ਆ, ਤਾਂ ਉਹਨਾਂ ਨੇ ਵੀ ਕਿਹਾ ਕਿ ਐਸੀ ਕੋਈ ਅੜਚਨ ਹੀ ਨਹੀਂ ਹੈਗੀ, ਸਹੁੰ ਚੁੱਕਣ ਦੇ ਵਿੱਚ ਕੋਈ ਅੜਚਨ ਨਹੀਂ ਹੈ। ਵੈਸੇ ਤੇ ਇਹ ਵੇਖਣਾ ਹੋਏਗਾ ਕਿ ਨਰਿੰਦਰ ਮੋਦੀ ਹੋਰੀ ਇਹ ਜਿਹੜਾ ਪਹਿਲਾ ਸੈਸ਼ਨ ਸੱਦਦੇ ਕਦੋਂ ਨੇ। ਕਿਤੇ ਕਮਾਲ ਦੀ ਗੱਲ ਹੈ ਨਾ ਕਿ ਦੇਖੋ ਜਿਹੜਾ ਪੂਰਨ ਬਜਟ ਆ ਉਹ ਨਹੀਂ ਆਇਆ ਐਤਕੀ, ਇਲੈਕਸ਼ਨ ਦਾ ਸਾਲ ਸੀ, ਤਾਂ ਜਿਹੜਾ ਉਹ ਬਜਟ ਦਾ ਹਿੱਸਾ ਬਕਾਇਆ ਹੁੰਦਾ 9 ਮਹੀਨਿਆਂ ਵਾਸਤੇ ਜਿਹੜਾ ਬਜਟ ਜਿਹੜਾ ਅੱਗੇ ਬਣਨਾ ਹੈ ਉਹ ਤਾਂ ਬਹੁਤ ਜ਼ਰੂਰੀ ਹੈ। ਤੇ ਜਿੰਨੀ ਕੁ ਸਮਝ ਲੱਗ ਰਹੀ ਆ ਕਿ ਮੈਨੂੰ ਨਹੀਂ ਲੱਗਦਾ ਕਿ 20 ਤੋਂ ਪਹਿਲਾਂ ਕੋਈ ਸੈਸ਼ਨ ਸੱਦਿਆ ਜਾਊਗਾ, ਤਾਂ ਉਸ ਤੋਂ ਬਾਅਦ ਹੀ ਤਾਂ ਕਾਰਵਾਈ ਸ਼ੁਰੂ ਹੋਣੀ ਹੈ ਨਾ। ਸੋ ਇਸ ਕਰਕੇ ਪਹਿਲੀ ਗੱਲ ਤੇ ਇਹ ਹੋਏਗੀ ਕਿ ਸੈਸ਼ਨ ਕਦੋਂ ਸੱਦਿਆ ਜਾਂਦਾ, ਯਾਨੀ ਜਿਹੜੇ ਐਮਪੀਜ਼ ਨੇ ਉਹਨਾਂ ਨੂੰ ਸਹੁੰ ਕਦੋਂ ਚੁਕਾਈ ਜਾਂਦੀ ਹੈ। ਤਾਂ ਉਹਦੇ ਚ ਦੇਰੀ ਦੇ ਕਈ ਕਾਰਨ ਹੋ ਸਕਦੇ, ਸਪੀਕਰ ਦਾ ਮਸਲਾ ਹੈ ਜਾਂ ਅੰਦਰੂਨੀ ਖਿੱਚਦਾਨ ਵੀ ਹੈਗੀ ਆ। ਉਧਰ ਏਕਨਾਥ ਸ਼ਿੰਦੇ ਜਿਹਨੇ ਉਧਵ ਠਾਕਰੇ ਦੀ ਪਾਰਟੀ ਤੋੜੀ ਸੀ, ਉਹਦੇ ਕੁਝ ਐਮਪੀ ਜਿਹੜੇ ਵਾਪਸ ਜਾ ਸਕਦੇ, ਐਸੀ ਖਬਰ ਵੀ ਹੈ ਕਿ ਮਹਾਰਾਸ਼ਟਰ ਚ ਭੁਚਾਲ ਚੱਲ ਰਿਹਾ। ਤਾਂ ਕਈ ਚੀਜ਼ਾਂ ਨੇ ਉਹਦੇ ਮੱਦੇਨਜ਼ਰ ਹੀ ਪਤਾ ਲੱਗੇਗਾ। ਤਾਂ ਰਾਜਦੇਵ ਸਿੰਘ ਖਾਲਸਾ ਕਹਿ ਰਹੇ ਨੇ ਕਿ ਕੋਈ ਅੜਚਨ ਨਹੀਂ ਹੈਗੀ,
ਕੋਈ ਦਿੱਕਤ ਨਹੀਂ ਹੈਗੀ। ਮਸਲਾ ਤੇ ਸਿਰਫ ਇੰਨੀ ਗੱਲ ਦਾ ਹੈ ਕਿ ਕੀ ਕੇਂਦਰ ਅਤੇ ਪੰਜਾਬ ਸਰਕਾਰ ਚੋਂ ਦੋਵਾਂ ਚੋਂ ਪੱਕੀ ਰਿਹਾਈ ਲਈ ਪਹਿਲ ਕੌਣ ਕਰਦਾ, ਇਹ ਵੇਖਣਾ ਹੋਏਗਾ ਕਿ ਕੇਂਦਰ ਕਰਦਾ ਜਾਂ ਪੰਜਾਬ ਕਰਦਾ। ਉਹ ਤੇ ਆਸਵੰਦ ਨੇ, ਕਹਿੰਦੇ ਜੀ ਸਹੁੰ ਵਾਲਾ ਤੇ ਕੋਈ ਮਸਲਾ ਹੀ ਹੈ ਨਹੀਂ। ਬਿਲਕੁਲ ਇਹਦੇ ਵਿੱਚ ਸਾਫ਼ ਹੈ, ਸੁਪਰੀਮ ਕੋਰਟ, ਹਾਈ ਕੋਰਟ, ਇਹਨਾਂ ਦੇ ਕਈ ਫੈਸਲੇ ਅਜਿਹੇ ਮਿਲ ਜਾਣਗੇ ਜਿਹਦੇ ਵਿੱਚ ਇਸ ਤਰ੍ਹਾਂ ਐਮਪੀਜ਼ ਨੂੰ ਸਹੁੰ ਚੁਕਵਾਈ ਗਈ ਹੈ। ਸਹੁੰ ਚੁੱਕਣ ਦੇ ਵਿੱਚ ਕੋਈ ਵੀ ਦਿੱਕਤ ਮੈਨੂੰ ਨਹੀਂ ਲੱਗਦਾ ਕਿ ਦਰਪੇਸ਼ ਹੈ। ਘੱਟੋ ਘੱਟ ਤਾਂ ਜਿਹੜੀ ਸਹੁੰ ਹੈ, ਹਲਫ ਹੈ, ਉਹ ਹੋ ਜਾਣੀ ਆ ਤੇ ਉਸ ਤੋਂ ਬਾਅਦ ਫਿਰ ਪਤਾ ਲੱਗੇਗਾ ਕਿ ਅਮਰਤਪਾਲ ਸਿੰਘ ਦੀ ਜਿਹੜੀ ਪੱਕੀ ਰਿਹਾਈ ਆ ਉਹ ਕਿਵੇਂ ਹੁੰਦੀ ਹੈ। ਮਤਲਬ ਕਿ ਕੀ ਐਨਐਸਏ ਦੀ ਐਕਸਟੈਂਸ਼ਨ ਜਿਹੜੀ ਉਹ ਰੋਕ ਦਿੱਤੀ ਜਾਏਗੀ ਤਾਂ ਫਿਰ ਤਾਂ ਆਪਣੇ ਆਪ ਰਿਹਾਈ ਦਾ ਰਸਤਾ ਖੁੱਲ ਜਾਏਗਾ, ਜਾਂ ਮਤਲਬ ਕਿ ਕੇਂਦਰ ਸਰਕਾਰ ਨਹੀਂ ਕਰੇਗੀ ਤਾਂ ਕੋਈ ਕੋਰਟ ਦੇ ਥਰੂ ਇਹ ਜਾਣਗੇ। ਉਹਦੇ ਬਾਅਦ ਦੀਆਂ ਗੱਲਾਂ ਨੇ ਉਹ ਇਹ ਜਾਣਨ। ਪਰ ਇੱਕ ਚੀਜ਼ ਜਿਹੜੀ ਹੈ ਉਹ ਵੇਖਣਯੋਗ ਹੋਏਗੀ ਕਿ ਰਸ਼ੀਦ ਵੀ ਜੰਮੂ ਕਸ਼ਮੀਰ ਤੋਂ ਜਿੱਤੇ ਆ, ਇੰਜੀਨੀਅਰ ਹੈ, ਉਹਦੇ ਤੇ UAP ਆ, ਉਹ ਵੀ ਵੇਖਣਾ ਪਵੇਗਾ ਕਿ ਸਹੁੰ ਚੁੱਕ ਸਮਾਗਮ ਦੇ ਵਿੱਚ ਰਸ਼ੀਦ ਨੂੰ ਕਿੱਦਾਂ ਲਿਆਂਦਾ ਜਾਂਦਾ, ਕਿ ਆਪਣੇ ਆਪ ਲਿਆਂਦਾ ਜਾਂਦਾ ਜਾਂ ਕੋਰਟ ਦੇ ਥਰੂ ਹੀ ਆਊਗਾ ਜੀ। ਤੇ ਸਭ ਤੋਂ ਵੱਡੀ ਗੱਲ ਜਿਹੜੀ ਹੈ ਉਹ ਇਹੀ ਹੈ ਕਿ ਜੋ 60 ਦਿਨ ਦੀ ਗੈਰ ਹਾਜ਼ਰੀ ਹੈ, ਕਿ ਸਰਕਾਰ ਯਤਨ ਕਰੇਗੀ ਕਿ 60 ਦਿਨ ਦੀ ਗੈਰ ਹਾਜ਼ਰੀ ਹੋ ਜਾਵੇ, ਰਸ਼ੀਦ ਅਤੇ ਅਮਰਤਪਾਲ ਸਿੰਘ ਦੋਵਾਂ ਦੀ ਮੈਂਬਰਸ਼ਿਪ ਹੀ ਜਾਂਦੀ ਲੱਗੇ ਕਿ ਨਾਲੇ ਸੱਪ ਵੀ ਮਰ ਜਾਏ ਤੇ ਸੋਟਾ ਵੀ ਬਚ ਜਾਵੇ। ਮਤਲਬ ਨਾਲੇ ਤੇ ਇਹ ਦੱਸ ਦਿੱਤਾ ਜਾਵੇ ਕਿ ਲੋਕਤੰਤਰ ਦੀ ਖੂਬਸੂਰਤੀ ਤੁਸੀਂ ਦੇਖੀ ਹੋ ਆ, ਤੇ ਨਾਲੇ ਆਪਣੇ ਆਪ ਹੀ ਫਿਰ ਇਹਨਾਂ ਦੀ ਮੈਂਬਰਸ਼ਿਪ ਖਤਮ ਹੋ ਜਾਵੇ। ਪਰ ਉਹ 60 ਦਿਨ ਦਾ ਯਾਨੀ ਜਿਹੜਾ ਪੀਰੀਅਡ ਹੈ ਉਹਦੇ ਮੱਦੇਨਜ਼ਰ ਹੀ ਅਮਰਤਪਾਲ ਸਿੰਘ ਦੀ ਟੀਮ ਕੰਮ ਕਰੇਗੀ, ਕਿਉਂਕਿ ਸਪੀਕਰ ਨੂੰ ਬਾਅਦ ਦੇ ਵਿੱਚ ਲਿਖ ਦਿੱਤਾ ਜਾਂਦਾ, ਸਹੁੰ ਚੁੱਕਣੀ ਜ਼ਰੂਰੀ ਹੁੰਦੀ ਆ, ਉਸ ਤੋਂ ਬਾਅਦ ਸਪੀਕਰ ਨੂੰ ਲਿਖ ਕੇ ਛੋਟ ਲੈ ਲਈ ਜਾਂਦੀ ਆ, ਤਾਂ ਜਿਹਦੇ ਵਿੱਚ ਉਹ ਜਿਹੜਾ 60 ਦਿਨ ਵਾਲਾ ਫਿਰ ਪ੍ਰੋਵੀਜ਼ਨ ਹੈਗਾ ਉਹਨੂੰ ਕਿਤੇ ਨਾ ਕਿਤੇ ਜੋ ਸਪੀਕਰ ਹੈ ਉਹ ਹਟਾ ਦਿੰਦਾ ਕਿ ਉਹ ਲਾਗੂ ਨਹੀਂ ਹੁੰਦਾ। ਜੀ ਜੀ। ਤੇ ਕੰਗਣਾ ਰਣੌਤ ਨੂੰ ਕਹਿੰਦੇ ਚਪੇੜ ਵੱਜਣ ਦਾ ਰਾਜ਼ ਖੁੱਲ ਗਿਆ ਜੀ। ਦੇਖੋ ਅੱਜ ਕੁਲਵਿੰਦਰ ਕੌਰ ਦਾ ਭਰਾ ਸ਼ੇਰ ਸਿੰਘ ਉਹਨੇ ਦਾਅਵਾ ਕੀਤਾ ਮੁਲਾਕਾਤ ਕਰਕੇ ਕਿ ਕੁਲਵਿੰਦਰ ਕੌਰ ਨੇ ਕੋਈ ਵੀ ਮਾਫੀ ਨਹੀਂ ਮੰਗੀ। ਪਹਿਲੀ ਗੱਲ ਤੇ ਆ ਜੀ, ਤੇ ਦੂਜੀ ਗੱਲ ਆ ਸਾਫ਼ ਕੀਤਾ ਸ਼ੇਰ ਸਿੰਘ ਨੇ, ਉਹਨੇ ਕਿਹਾ ਕਿ ਦੇਖੋ ਇਹ ਜਿਹੜਾ ਥੱਪੜ ਮਾਰਿਆ ਹੈ ਕੰਗਣਾ ਰਣੌਤ ਦੇ, ਉਹ ਥੱਪੜ ਇਸ ਵਾਸਤੇ ਮਾਰਿਆ ਹੈ ਕਿ ਕੰਗਣਾ ਰਣੌਤ ਨੇ ਉਦੋਂ ਕਿਸਾਨੀ ਅੰਦੋਲਨ ਵੇਲੇ ਬੀਬੀਆਂ ਦੇ ਖਿਲਾਫ 100 ਰੁਪਏ ਤੇ ਧਰਨੇ ਤੇ ਆਉਣ ਵਾਲੀਆਂ ਔਰਤਾਂ ਜਾਂ ਟਕੇ ਤੇ ਆਉਣ ਵਾਲੀਆਂ ਔਰਤਾਂ ਕਿਹਾ ਸੀਗਾ। ਤੋਂ ਇਸ ਵਾਸਤੇ ਗੁੱਸੇ ਦੀ ਭਾਵਨਾ ਸੀ, ਭਾਵਨਾਵਾਂ ਦੇ ਵੇਗ ਦੇ ਵਿੱਚ ਬਹਿ ਕੇ ਕੁਲਵਿੰਦਰ ਕੌਰ ਨੇ ਥੱਪੜਾ ਮਾਰਿਆ ਤੇ ਉਹਦੇ ਵਾਸਤੇ ਉਹਨੂੰ ਕੋਈ ਅਫਸੋਸ ਨਹੀਂ, ਯਾਨੀ ਮੁਆਫੀ ਵਾਲਾ ਜਿਹੜਾ ਪਿਛਲੇ ਦਿਨ ਹੀ ਸਮਾਚਾਰ ਚੱਲਿਆ ਜੋ ਅਫਵਾਹ ਉੱਡੀ ਆ ਤੇ ਉਹ ਖਬਰ ਗਲਤ ਆ। ਤਾਂ ਇਹ ਤਾਂ ਆਪਣੇ ਆਪ ਦੇ ਵਿੱਚ ਕਹਿ ਲਓ ਕਿ ਕੰਟਰਾਡਿਕਟ ਜੀ ਚੀਜ਼ ਬਣ ਗਈ। ਹਾਲਾਂਕਿ ਮੈਂ ਖੁਦ ਸ਼ੇਰ ਸਿੰਘ ਨਾਲ ਗੱਲ ਕੀਤੀ, ਮੈਂ ਕਿਹਾ ਸ਼ੇਰ ਸਿੰਘ ਜੀ ਕਿ ਤੁਸੀਂ ਤੇ ਆਪ ਵਿਰੋਧਾਭਾਸ ਵਾਲੀ ਗੱਲ ਪੈ ਕਰਦੇ ਜੇ ਕਿ ਇੱਕ ਤਰਫ ਤੇ ਤੁਸੀਂ ਇਹ ਗੱਲ ਕਹੀ ਆਪ ਹੀ ਕਿ ਕੰਗਣਾ ਰਣੌਤ, ਬਈ ਅਸੀਂ ਸੁਣਿਆ ਜੀ ਕੰਗਣਾ ਰਣੌਤ ਸਿਕਿਉਰਿਟੀ ਦਾ ਜਿਹੜਾ ਪ੍ਰੋਟੋਕਾਲ ਉਹਨੂੰ ਫੋਲੋ ਨਹੀਂ ਸੀ ਕਰ ਰਹੀ। ਉਹਨਾਂ ਨੇ ਕਿਹਾ ਕਿ ਨਹੀਂ ਜੀ ਵੇਖੋ ਸਾਨੂੰ ਉਦੋਂ ਗਲਤ ਇਨਫੋਰਮੇਸ਼ਨ ਮਿਲੀ, ਅਸੀਂ ਜੋ ਸੁਣਿਆ ਅਸੀਂ ਕਹਿ ਦਿੱਤਾ। ਮਤਲਬ ਉਹ ਕਹਿੰਦੇ ਕਿ ਸਾਡੇ ਕੋਲ ਉਦੋਂ ਕੋਈ ਜਾਣਕਾਰੀ ਨਹੀਂ ਸੀ, ਹੁਣ ਹੀ ਸਾਡੀ ਮੁਲਾਕਾਤ ਹੋਈ ਆ। ਤੇ ਹੁਣ ਜਦੋਂ ਇਹ ਗੱਲ ਸਾਫ਼ ਹੋ ਗਈ ਆ ਕਿ ਕੁਲਵਿੰਦਰ ਕੌਰ ਨੇ ਇੱਕ ਤਰ੍ਹਾਂ ਨਾਲ ਜੋ ਬਿਆਨਬਾਜ਼ੀ ਕੀਤੀ ਕੰਗਣਾ ਰਣੌਤ ਨੇ ਉਹਦਾ ਫਿਰ ਬਦਲਾ ਲਿਆ ਤਾਂ ਸਾਫ਼ ਹੋ ਜਾਂਦਾ ਜੀ। ਤਾਂ ਫਿਰ ਜਿਹੜੇ ਕਿਸਾਨ ਆਗੂ ਹੈ ਉਹ ਹੁਣ ਐਵੇਂ ਮਤਲਬ ਕਿ ਬਿਨਾਂ ਗੱਲ ਤੋਂ ਕਹਿਣ ਕਿ ਪਰਚਾ ਰੱਦ ਕਰੋ ਜੀ, ਫਲਾਣ ਕਰੋ, ਧਮਕਾਣ ਕਰੋ, ਮੈਨੂੰ ਲੱਗਦਾ ਕਿ ਉਹਦਾ ਕੋਈ ਤੁੱਕ ਨਹੀਂ ਬਣਦਾ। ਵੇਖੋ ਜਦੋਂ ਬਦਲੇ ਲੈ ਜਾਂਦੇ ਆ ਨਾ ਉਦੋਂ ਫਿਰ ਮਾਫੀਆਂ ਨਹੀਂ ਮੰਗੀਆਂ ਜਾਂਦੀਆਂ, ਉਦੋਂ ਫਿਰ ਸਰਕਾਰਾਂ ਦੇ ਹਾੜੇ ਨਹੀਂ ਕੱਢੇ ਜਾਂਦੇ ਜੀ। ਜੇ ਤੁਸੀਂ ਇੱਕ ਪਾਸੇ ਗੱਲ ਕਹਿੰਦੇ ਹੋ ਕਿ ਹਾਂ ਬਈ ਥੱਪੜ ਮਾਰਿਆ ਉਹਨੇ ਆਹ ਗੱਲ ਕਹੀ ਸੀਗੀ ਤੇ ਫਿਰ ਤੇ ਕੋਈ ਤੁੱਕ ਹੀ ਨਹੀਂ ਬਣਦਾ। 323 ਦਾ ਪਰਚਾ ਠੀਕ ਹੈ ਭੁਗਤੇ ਪਈ, ਫਿਰ ਪਰਚਾ ਵਾਪਸੀ। ਮਤਲਬ ਕਿ ਜਿਨ੍ਹਾਂ ਨੇ ਬਦਲੇ ਲਏ, ਤੁਸੀਂ ਹੁਣ ਮੈਂ ਨਾਂ ਗਣਾਉਣ ਲੱਗ ਜਾਵਾਂ ਰਾਜੋਆਣਾ ਤੋਂ ਲੈ ਕੇ, ਉਹਨਾਂ ਨੇ ਕਦੇ ਨਹੀਂ ਕਿਹਾ ਕਿ ਸਾਡੇ ਪਰਚੇ ਰੱਦ ਕਰਵਾਓ ਜੀ ਜੀ। ਉਹ ਤਾਂ ਇਹ ਵੀ ਨਹੀਂ ਕਹਿੰਦੇ ਕਿ ਸਾਡੀ ਫਾਂਸੀ ਰੱਦ ਕਰਾਓ।
ਸੋ ਇਹ ਫਿਰ ਘਟਾ ਕੇ ਕਿਉਂ ਰੱਖਣਾ ਇਸ ਚੀਜ਼ ਨੂੰ? ਫਿਰ ਤੁਸੀਂ ਵੀ ਕਹੋ, ਕਿਸਾਨ ਆਗੂ ਵੀ ਕਹਿਣ ਕਿ ਹਾਂ ਭਾਈ ਇਹ ਠੀਕ ਆ, 323 ਦਾ ਪਰਚਾ ਕਿਹੜਾ ਵੱਡਾ ਪਰਚਾ? ਸੋ ਇਹ ਗੱਲ ਸਾਫ਼ ਕਰ ਦਿੱਤੀ ਆ ਕੁਲਵਿੰਦਰ ਕੌਰ ਦੇ ਭਰਾ ਨੇ ਕਿ ਵੇਖੋ ਜੀ, ਇਹ ਜਿਹੜੀ ਚਪੇੜ ਮਾਰੀ ਆ ਇਹ ਉਸੇ ਬਿਆਨਬਾਜ਼ੀ ਦੇ ਕਰਕੇ ਮਾਰੀ ਆ ਜਿਹਦਾ ਰੋਸ ਸੀਗਾ। ਤੇ ਰੋਸ ਦੇ ਵਿੱਚ ਬਹੁਤ ਕੁਝ ਹੁੰਦਾ ਹੈ, ਤੁਹਾਨੂੰ ਪਤਾ ਹੀ ਆ। ਦੂਜੀ ਗੱਲ ਜਿਹੜੀ ਹੈ ਕਿ ਇਹ ਵੀ ਸਾਫ਼ ਫਿਰ ਹੋ ਰਿਹਾ ਕਿ ਕੰਗਣਾ ਰਣੌਤ ਦਾ ਜਿਹੜਾ ਸਿਕਿਉਰਿਟੀ ਦਾ ਮਸਲਾ ਸੀਗਾ ਉਹ ਤਾਂ ਹੈ ਨਹੀਂਗਾ ਜੀ, ਪਰ SIT ਜਿਹੜੀ ਆ ਜਿਹਦੀ ਆਪਾਂ ਅੱਗੇ ਵੀ ਗੱਲ ਕੀਤੀ ਸੀ, ਉਹ ਜਾਂਚ ਪੜਤਾਲ ਆਪਣੇ ਪੱਧਰ ਤੇ ਸ਼ੁਰੂ ਕਰ ਚੁੱਕੀ ਆ। ਉਹ ਜਾਂਚ ਪੜਤਾਲ ਜਿਹੜੀ ਆ ਉਹ ਸ਼ੁਰੂ ਹੋ ਗਈ ਆ। ਹੁਣ ਬਾਕੀ ਵੇਖੋ ਕੀ ਬਣਦਾ, ਪਰ ਇਹਦੇ ਵਿੱਚ ਸ਼ੇਰ ਸਿੰਘ ਨੇ ਸਾਫ਼ ਗੱਲ ਕਰ ਦਿੱਤੀ ਆ ਕਿ ਬਈ ਕੁਲਵਿੰਦਰ ਕੌਰ ਨੇ ਜਿਹੜਾ ਉਹਦੇ ਥਾਪੜਾ ਮਾਰਿਆ ਵਾ, ਉਹ ਉਹਦੀ ਬਿਆਨਬਾਜ਼ੀ ਕਰਕੇ ਜਾਂ ਕਹਿ ਲਓ ਕਿ ਜੋ ਉਸਨੇ ਬਦਕਲਾਮੀ ਕੀਤੀ ਆ ਉਸ ਵੇਲੇ, ਉਹਦੇ ਕਰਕੇ ਮਾਰਿਆ। ਜੀ। ਤੇ ਕਾਮਰਾਨ ਅਕਮਲ ਨੇ ਵੀ ਇੱਕ ਸਿੱਖ ਭਾਈਚਾਰੇ ਉੱਤੇ ਟਿੱਪਣੀ ਕੀਤੀ ਸੀਗੀ ਤੇ ਉਸ ਮਾਮਲੇ ਦੇ ਵਿੱਚ ਵੀ ਹੁਣ ਕਹਿੰਦੇ ਕਾਫੀ ਮਾਮਲਾ ਭਖਿਆ ਪਿਆ ਜੀ। ਦੇਖੋ, ਇੱਕ ਨਾ ਮੈਂ ਕਿਤੇ ਪੜ੍ਹੀ ਸੀ ਗੱਲ, ਮੈਨੂੰ ਯਾਦ ਆ, ਉਹਦੇ ਚ ਕਿਸੇ ਨੇ ਕਿਹਾ ਕਿ हमने भी दुनिया में देखे बहुत से बंदे हैं जिनकी आंखें हैं पर अकल के अंधे हैं। अकमल नाम है, कामरान अकमल, पर है काम अकलाई है। ਇਹਨੇ ਅੱਗੇ ਵੀ 2-3 ਵਾਰੀ ਐਵੇਂ ਪੰਗੇ ਲਏ ਆ, ਫਿਰ ਇਹਦੇ ਚ ਦਮ ਵੀ ਹੈ ਨਹੀਂਗਾ, ਫਾਇਦਾ ਵੀ ਬਹੁਤ ਹੁੰਦਾ। ਉਹਦਾ ਵਿਕਟ ਕੀਪਰ ਹੁੰਦਾ ਸੀ, ਬੱਲੇਬਾਜ਼ ਵੀ ਬੜਾ ਜ਼ਾਰਾ ਨਾਮ ਅੰਦਾਜ਼ ਸੀ ਇਹਦਾ, ਅੱਛਾ ਸੀਗਾ, ਪਰ ਬੋਲਣ ਚੱਲਣ ਦੇ ਮਾਮਲੇ ਚ 1-2 ਵਾਰੀ ਅੱਗੇ ਵੀ ਇਹਨੇ ਖਤਾ ਖਾਧੀ ਆ। ਹੁਣ ਵੀ ਦੇਖੋ, ਅਰਸ਼ਦੀਪ ਨੇ ਜਿਹੜਾ ਆਖਰੀ ਓਵਰ ਪਾਇਆ ਸੀਗਾ ਭਾਰਤ ਅਤੇ ਪਾਕਿਸਤਾਨ ਦੇ ਮੈਚ ਦੇ ਦੌਰਾਨ, ਉਹਦੇ ਚ 17-18 ਰਨ ਉਹਨਾਂ ਨੂੰ ਚਾਹੀਦੇ ਸੀ ਕਿ ਨਸੀਮ ਨੇ ਕੰਮ ਖਿੱਚਿਆ, 2 ਚੌਕੇ ਵੀ ਵੱਜ ਗਏ ਸਨ, ਪਰ ਅਖੀਰ ਦੇ ਵਿੱਚ ਅਰਸ਼ਦੀਪ ਨੇ ਮੈਚ ਜਿਤਾ ਲਿਆ। ਤੇ ਇਹਨੇ ਕਮੈਂਟਰੀ ਕਰਦਿਆਂ ਉਹ ਸਿੱਖਾਂ ਦੇ 12 ਵੱਜਣ ਵਾਲਾ ਉਹ ਮਜ਼ਾਕ ਉਡਾਇਆ। ਇੱਕ ਨਾਲ ਹੋਰ ਵੀ ਚੌੜਾ ਜਿਹਾ ਬੰਦਾ ਬੈਠਾ ਸੀਗਾ, ਉਹਨੇ ਵੀ ਵਿੱਚ ਹਾਮੀ ਭਰੀ, ਜਿਹੜੇ ਆਪਣੇ ਆਪ ਨੂੰ ਐਕਸਪਰਟ ਮੰਨਦੇ ਨੇ। ਦੇਖੋ, ਅਸੀਂ ਕੋਈ ਇਹਨਾਂ ਜਿੱਡੇ ਐਕਸਪਰਟ ਤੇ ਨਹੀਂ ਹੈਗੇ, ਤੇ ਆਪਾਂ ਸ਼ਾਇਦ ਮਨਸੂਰ ਦੀ ਗੱਲ ਪੈ ਕਰਦੇ ਸਾਂ, ਤੇ ਨਾਲ ਗੱਲ ਜਿਹੜੀ ਹੈ ਨਾ ਉਹਦੀ ਵਿਆਖਿਆ ਵੀ ਕੀਤੀ ਕਿ ਕਿਸ ਧਰਮ ਦੇ ਵਿੱਚ ਕਿਸ ਤਰ੍ਹਾਂ ਦੀ ਮਾਨਤਾ ਹੈ। ਅਮਾਨਤਾ ਤੋਂ ਹਟ ਕੇ ਗੱਲ ਕੀਤੀ ਤਾਂ ਉਹਦੀ ਗੱਲ ਕੀਤੀ ਦਾ ਫਿਰ ਕੀ ਹਸ਼ਰ, ਯਾਨੀ ਦੋਏ ਚੀਜ਼ਾਂ ਬੈਲੈਂਸ ਕਰਕੇ ਕਿ ਮਾਨਤਾ ਧਰਮ ਦੀ ਕੀ ਹੈ, ਤਾਂ ਉਸ ਮਾਨਤਾ ਨੂੰ ਇਨਕਾਰ ਕਰਨ ਵਾਲਾ ਉਹਦਾ ਹਸ਼ਰ ਕੀ। ਗੱਲ ਇਹ ਹੈ ਕਿ ਜਿਹੜੀ ਗੱਲ ਕਰਦੇ ਹੋ ਨਾ, ਉਹਦਾ ਥੋੜਾ ਜਿਹਾ ਇਤਿਹਾਸ ਤੁਹਾਨੂੰ ਪਤਾ ਹੋਵੇ, ਮਾਲੂਮ ਹੋਵੇ, ਉਹਨੂੰ ਸ਼ੋਵੋ। ਅਦਰਵਾਈਜ਼ ਜਿੰਨੀ ਤੁਹਾਡੇ ਕੋਲ ਆਪਣੀ ਜਾਣਕਾਰੀ ਉਹਦੇ ਆਧਾਰ ਤੇ ਦੱਸ ਦਿਓ। ਤਲਵਾਰ ਧਰੀ ਹੈ, ਤੂੰ ਐਕਸਪਰਟੀ ਤੁਹਾਡੀ ਕਾਹਦੀ ਆ ਜੀ, ਮਤੀਰੇ ਦੀ, ਵੀ ਜੇ ਤੁਹਾਨੂੰ ਇਤਿਹਾਸ ਚੋਂ ਹਵਾਲੇ ਲੈਣੇ ਪੈਣ, ਮਜ਼ਾਕ ਉਡਾਉਣਾ ਪਵੇ ਕਿਸੇ ਕੌਮ ਦਾ, ਤੁਸੀਂ ਇਹ ਦੱਸੋ ਕਿ ਹਾਂ 2 ਚੌਕੇ ਵੱਜ ਗਏ ਸੀ, 2 ਬਾਲਾਂ ਉਹਦੀਆਂ ਬਹੁਤ ਸ਼ਾਨਦਾਰ ਗਈਆਂ, ਮੈਚ ਪਲਟ ਗਿਆ। ਐਕਸਪਰਟੀ ਦਾ ਤੁਹਾਡੀ ਐਕਸਪਰਟੀ ਇੱਥੇ ਹੋਣੀ ਚਾਹੀਦੀ ਹੈ, ਜੋ 2-3 ਬਾਲਾਂ ਵਧੀਆ ਪਾ ਗਿਆ ਬਈ, ਤਾਂ ਬਸ ਮੈਚ ਪਲਟ ਗਿਆ। ਤੁਸੀਂ ਐਵੇਂ 12 ਵੱਜ ਗਏ ਜੀ ਤੇ 12 ਵਜੇ ਓਵਰ ਨਹੀਂ ਕਿਸੇ ਨੂੰ ਦੇਣਾ ਚਾਹੀਦਾ। ਤਾਂ ਉਸ ਤੋਂ ਬਾਅਦ ਜਦੋਂ ਇਹ ਨਿਸ਼ਾਨੇ ਤੇ ਆਇਆ, ਉਦੋਂ ਬਾਅਦ ਇਸਨੇ ਮਾਫੀ ਵੀ ਮੰਗ ਲਈ, ਤੇ ਹਰਭਜਨ ਸਿੰਘ ਹੈ ਜਿਹੜਾ, ਉਹ ਵੀ ਬੜਾ ਟੁੱਟ ਕੇ ਪਿਆ ਕਿ ਲੱਖ ਦੀ ਲਾਹਨਤ ਆ ਤੇਰੇ ਤੇ, ਫਲਾਂ। ਚਲੋ ਉਹਨੇ ਮਾਫੀ ਮੰਗ ਲਈ। ਇੱਥੋਂ ਦਾ ਮੀਡੀਆ ਤੁਹਾਨੂੰ ਪਤਾ ਹੀ ਹੈ, ਜਿਸ ਤਰ੍ਹਾਂ ਗੱਲ ਨੂੰ ਤੂਲ ਦਿੰਦਾ, ਗੱਲ ਖਤਮ ਹੋ ਗਈ, ਉਹਨੇ ਮਾਫੀ ਮੰਗ ਲਈ ਹੈ। ਪਰ ਮੈਂ ਹਰਭਜਨ ਸਿੰਘ ਨੂੰ ਇੱਕ ਸਵਾਲ ਜ਼ਰੂਰ ਕਰਾਂਗਾ ਕਿ ਇੱਥੇ ਜਿਸ ਤਰ੍ਹਾਂ ਤੂੰ ਕੁੱਦ ਕੇ ਪਿਆ ਕਾਮਰਾਨ ਅਕਮਲ ਨੂੰ, ਤੇ ਤੈਨੂੰ ਇਹਨਾਂ ਨੇ ਬਈ ਸਿਰ ਤੇ ਚੁੱਕ ਲਿਆ, ਅੱਖਾਂ ਤੇ ਬਿਠਾਇਆ, ਵਧੀਆ ਕੀਤਾ, ਠੀਕ ਕੀਤਾ। ਜਿਸ ਤਰ੍ਹਾਂ ਤੂੰ ਉਹਨੂੰ ਕਹਿ ਰਿਹਾ ਕਿ ਲਾਹਨਤ ਹੈ ਤੇਰੇ ਉੱਤੇ ਅਕਮਲ, ਆਪਣਾ ਗੰਦਾ ਮੂੰਹ ਖੋਲਣ ਤੋਂ ਪਹਿਲਾਂ ਸਿੱਖਾਂ ਦਾ ਇਤਿਹਾਸ ਜਾਣ ਲੈਣਾ ਚਾਹੀਦਾ। ਤੇ ਇਹ ਗੱਲ ਤੂੰ ਇਹਨਾਂ ਨੂੰ ਕਿਉਂ ਨਹੀਂ ਕਹਿੰਦਾ, ਜਿਹੜੇ ਇੱਥੇ ਟੋਲੇ ਬਣਾ ਕੇ ਇਸ ਤਰ੍ਹਾਂ ਦੇ ਸਿੱਖਾਂ ਦੇ ਜੋਕਸ ਬਣਾਉਂਦੇ ਨੇ? ਅੱਜ ਹੀ ਇੱਕ ਵਿਅਕਤੀ ਨੇ ਦੋਸ਼ ਲਾਇਆ ਕਿ ਉਹਨੂੰ ਖਾਲਿਸਤਾਨੀ ਕਹਿ ਕੇ ਕੁੱਟਿਆ ਗਿਆ। ਵੈਸੇ ਇਹਨਾਂ ਚੀਜ਼ਾਂ ਤੋਂ ਡਰਦੇ ਹਾਂ ਅਸੀਂ ਜੀ ਕਿ ਜਦੋਂ ਅਸੀਂ ਫੇਸਬੁੱਕ ਤੇ ਜਜ਼ਬਾਤੀ ਉਹ ਬਣਾ ਦਿੰਦੇ ਲੋਕਾਂ ਨੂੰ, ਆ ਚੱਕਦਾ ਪੱਟਾ ਪੰਜਾਬੀ ਦੀ ਧੀ ਨੇ ਆ ਕਰ ਦਿੱਤਾ, ਉਹ ਕਰ ਦਿੱਤਾ, ਨੈਰੇਟਿਵ ਕੀ ਬਣਿਆ ਖਾਲਿਸਤਾਨੀ। ਤਾਂ ਉਹ ਜਿਸ ਤਰ੍ਹਾਂ ਦਾ ਬਣਿਆ, ਤਾਂ ਜ਼ਾਹਿਲ ਬੰਦਿਆਂ ਦਾ, ਉਹ ਜੱਡ ਬੰਦਿਆਂ ਦਾ, ਵੀਰੇ ਇੱਥੇ ਫੇਸਬੁੱਕ ਤੇ ਸ਼ੁਕਰ ਕਰੋ ਕੋਈ ਇੱਟ ਵੱਟਾ ਨਹੀਂ ਚੱਲਦਾ। ਇੱਥੇ ਸਾਡੇ ਸਮਾਜ ਦੇ ਵਿੱਚ ਉਹ ਜੱਡ ਬੰਦਿਆਂ ਦਾ ਵੀ ਟੋਲਾ ਫਿਰਦਾ ਹੈ,
ਜਿਹੜਾ ਉਹਨਾਂ ਚੀਜ਼ਾਂ ਨੂੰ ਸੱਚ ਮੰਨ ਕੇ ਹੇਠਾਂ ਪਹਿਲੂ ਖਾਨ ਨੂੰ ਮਾਰ ਦਿੱਤਾ, ਕਿਸੇ ਨੂੰ ਖਾਲਿਸਤਾਨੀ ਕਹਿ ਕੇ ਕੁੱਟ ਦਿੱਤਾ, ਉਹਨਾਂ ਦੀ ਅਕਲ ਇਹੋ ਜਿਹੀ ਆ। ਬਿਲਕੁਲ ਸਹੀ। ਅਸੀਂ ਇਹਨਾਂ ਗੱਲਾਂ ਕਰਕੇ ਡਰਦੇ, ਹੋਰ ਪਤਨ ਸਾਰੇ ਹੀ ਅਸੀਂ ਤਰੇ ਨੇ। ਤਾਂ ਮਤਲਬ ਕਿ ਆਹ ਚੀਜ਼ਾਂ ਜਿਹੜੀਆਂ ਨੇ ਉਹ ਡਰਾਉਂਦੀਆਂ ਨੇ। ਅੱਛਾ, ਇਹ ਹਰਭਜਨ ਸਿੰਘ ਨੂੰ ਮੇਰਾ ਸਵਾਲ ਆ ਕਿ ਹੁਣ ਤੈਨੂੰ ਆਹ ਬੰਦੇ ਨਹੀਂ ਦਿਖਦੇ? ਕਾਮਰਾਨ ਅਕਮਲ ਉੱਤੇ ਤੇ ਪੈ ਗਿਆ, ਲਾਂਗੜ ਖਿੱਚ ਕੇ ਚੱਲ ਚੰਗਾ ਕੀਤਾ। ਤਾਂ ਜਦੋਂ ਇੱਥੇ ਜੋਕਸ ਬਣਦੇ ਨੇ, ਇੱਥੇ 12 ਵੱਜ ਗਏ ਵਾਲੇ ਕਹਿੰਦੇ ਨੇ, ਉਦੋਂ ਵੀ ਦੱਸਿਆ ਕਰਨਾ। ਉੱਥੇ ਕਮੈਂਟਰੀ 'ਚ ਬੋਲਦੇ ਕਿਸੇ ਦਿਨ, ਦੱਸ ਦੇ, ਸਾਰੀ ਦੁਨੀਆ ਨੂੰ ਪਤਾ ਲੱਗ ਜਾਏਗਾ ਕਿ ਇਤਿਹਾਸ ਕੀ ਆ। ਸੋ ਇਹ ਵੀ ਬੱਤਰ ਜਿਹੜਾ ਨਾ ਵੇਖ ਕੇ ਵਾਹੁੰਦੇ ਆ। ਤਾਂ ਚਲੋ ਠੀਕ ਆ, ਆਵਾਜ਼ ਚੁੱਕੀ ਆ ਘੱਟੋ ਘੱਟ, ਪਰ ਕਾਮਰਾਨ ਅਕਮਲ ਨੇ ਮਾਫੀ ਮੰਗ ਲਈ ਸੀ। ਇਹ ਗੱਲ ਵੈਸੇ ਕੱਲ ਹੀ ਇੱਕ ਤਰ੍ਹਾਂ ਨਾਲ ਉੱਥੇ ਚੱਲ ਕੇ ਤੇ ਖਤਮ ਹੋ ਗਈ ਸੀ। ਕਾਮਰਾਨ ਅਕਮਲ ਨੇ ਮਾਫੀ ਮੰਗ ਲਈ ਸੀ, ਪਰ ਅੱਜ ਦਿਨ ਭਰ ਇੱਧਰ ਇੰਡੀਆ 'ਚ ਇਹਨਾਂ ਚੀਜ਼ਾਂ ਦੇ ਪ੍ਰਤੀਕਰਮ ਇਸ ਵਾਸਤੇ ਆਉਂਦੇ ਰਹੇ ਕਿਉਂਕਿ ਜਿਹੜਾ ਨੈਸ਼ਨਲ ਮੀਡੀਆ ਉਹ ਇਸ ਤਰ੍ਹਾਂ ਦੇ ਮੁੱਦੇ ਨੂੰ ਉਛਾਲ ਦਿੰਦਾ ਹੈ। ਜੀ ਜੀ। ਤੇ ਪੰਜਾਬ ਦੇ ਵਿੱਚ ਕਹਿੰਦੇ 4 ਅਸਤੀਫਿਆਂ ਦੀ ਆਖਰੀ ਤਰੀਕ ਆਈ ਹੈ ਸਾਹਮਣੇ ਜੀ ਹੁਣ। ਹਾਂਜੀ, ਉਹ ਅੱਗੇ ਵੀ ਇੱਕ ਦਿਨ ਆਪਾਂ ਗੱਲ ਕਰਦੇ ਸਾਂ ਕਿ ਇਹਨਾਂ ਦੇ ਕੋਲ ਸਮਾਂ ਹੁੰਦਾ ਹੈ 15 ਦਿਨ ਦਾ, ਯਾਨੀ 6 ਨੂੰ ਨੋਟੀਫਿਕੇਸ਼ਨ ਜਾਰੀ ਹੋਇਆ ਤਾਂ ਆਖਰੀ ਤਰੀਕ ਹੁਣ ਜਿਹੜੀ ਹੈ ਉਹ ਤੈਅ ਹੋ ਗਈ ਕਿ 20 ਤੱਕ ਇਹਨਾਂ ਨੂੰ ਅਸਤੀਫੇ ਦੇਣੇ ਪੈਣਗੇ। ਸੋ ਸਾਫ਼ ਹੈ ਕਿ 20 ਨੂੰ 4 ਸੀਟਾਂ, ਯਾਨੀ 20 ਤੱਕ ਸਾਡੀਆਂ 4 ਸੀਟਾਂ ਜਿਹੜੀਆਂ ਖਾਲੀ ਹੋ ਜਾਣਗੀਆਂ ਤੇ ਉਸ ਤੋਂ ਬਾਅਦ 4 ਜ਼ਿਮਨੀ ਚੋਣਾਂ ਜਿਹੜੀਆਂ ਜਲੰਧਰ ਵੈਸਟ ਦੀ ਚੋਣ ਤੋਂ ਇਲਾਵਾ ਤਿਆਰ ਰਹਿਣਗੀਆਂ। ਤਾਂ 6 ਜੂਨ ਨੂੰ ਭਾਰਤ ਦਾ ਜਿਹੜਾ ਉਹ ਰਾਜ ਪੱਤਰ ਹੈ ਉਹ ਪ੍ਰਕਾਸ਼ਿਤ ਹੋ ਗਿਆ, ਨੋਟੀਫਿਕੇਸ਼ਨ ਜਾਰੀ ਹੋ ਗਿਆ। ਤਾਂ 2 ਹਫ਼ਤਿਆਂ ਦੇ ਅੰਦਰ, ਯਾਨੀ ਆਪਾਂ ਕਹ ਲਓ ਕਿ 14-15 ਦਿਨ ਜਿਹੜੇ ਹੁੰਦੇ ਆ ਉਹਦੇ ਵਿੱਚ ਹੀ ਇਹਨਾਂ ਨੇ ਅਸਤੀਫਾ ਦੇਣਾ ਤੇ ਸੀਟ ਖਾਲੀ ਕਰਨੀ ਹੈ। ਤੇ ਜਿਵੇਂ ਆਪਾਂ ਗਵਾਂਢੀ ਰਾਜ ਦੀ ਗੱਲ ਕਰੀਏ, ਅੰਬਾਲਾ ਜ਼ਿਲ੍ਹੇ ਦੇ ਮੌਲਾਨਾ ਵਿਧਾਨ ਸਭਾ ਖੇਤਰ ਤੋਂ ਵੀ ਕਾਂਗਰਸ ਪਾਰਟੀ ਦੇ ਵਰੁਣ ਚੌਧਰੀ ਜਿਹੜੇ ਵਿਧਾਇਕ ਆ ਉਹ ਵੀ ਕਹ ਲਓ ਕਿ ਮੈਂਬਰ ਪਾਰਲੀਮੈਂਟ ਬਣ ਗਏ ਆ। ਤਾਂ ਇਹਦਾ ਮਤਲਬ ਹੈ ਕਿ ਰਵਨੀਤ ਬਿੱਟੂ ਬਾਰੇ ਜਿਵੇਂ ਆਪਾਂ ਗੱਲ ਕਰਦੇ ਸਾਂ ਕਿ ਰਵਨੀਤ ਬਿੱਟੂ ਹੋ ਸਕਦਾ ਕਿ ਵਾਇਆ ਹਰਿਆਣਾ ਚਲਾ ਜਾਵੇ ਰਾਜ ਸਭਾ ਦੇ ਵਿੱਚ, ਤਾਂ ਇੱਕ ਸੀਟ ਬਿਲਕੁਲ ਹੀ ਪੰਜਾਬ ਦੇ ਮੁੱਢ ਗੁਆਂਢ ਜਿਹੜੀ ਆ ਇਹ ਵੀ ਖਾਲੀ ਹੋ ਜਾਣੀ ਆ। ਸੋ ਇਹ ਜਿਹੜਾ ਜ਼ਿਮਨੀ ਚੋਣਾਂ ਦਾ ਅਮਲ ਆ ਉਹ ਇਹਨਾਂ ਦੇ ਅਸਤੀਫਿਆਂ ਨਾਲ ਸ਼ੁਰੂ ਹੋ ਜਾਏਗਾ। ਵੈਸੇ ਤਾਂ ਦੇਖੋ ਜਲੰਧਰ ਵੈਸਟ ਦੀ ਚੋਣ ਦੇ ਨਾਲ ਹੀ ਦੂਜਾ ਕੰਮ ਵੀ ਚੱਲੀ ਜਾਣਾ। ਹੁਣ ਤੇ ਚੋਣ ਜ਼ਿਆਦਾ ਹੋ ਗਈ ਹੈ, ਪੈਂਡੈਂਸੀ ਸਾਡੇ ਚੋਣਾਂ ਦੀ ਇੰਨੀ ਜ਼ਿਆਦਾ ਹੈ ਕਿ ਸਾਹ ਹੀ ਨਹੀਂ ਲੈ ਹੋਣਾ, ਕਿਉਂਕਿ ਜਿਹੜੇ ਹੈਗੇ ਨੇ ਮੁੱਖ ਚੋਣ ਅਧਿਕਾਰੀ ਉਹਨਾਂ ਨੇ ਜ਼ਿਲ੍ਹਿਆਂ ਦੇ ਜਿਹੜੇ ਡੀਸੀ ਆ ਉਹਨਾਂ ਨੂੰ ਕਹਿ ਦਿੱਤਾ ਹੈ ਕਿ ਜਿਹੜੀਆਂ ਪੰਚਾਇਤੀ ਚੋਣਾਂ ਹੈ ਉਹਨਾਂ ਵਾਸਤੇ ਵੀ ਵੋਟਰ ਸੂਚੀਆਂ ਦਾ ਕੰਮ ਜਿਹੜਾ ਮੁਕੰਮਲ ਕਰੋ। ਤਾਂ ਇਹਦਾ ਮਤਲਬ ਇਹ ਆ ਕਿ ਪੰਚਾਇਤੀ ਚੋਣਾਂ ਵੀ ਭੱਜੀਆਂ ਆਉਂਦੀਆਂ, ਜ਼ਿਮਨੀ ਚੋਣਾਂ ਤੇ ਕਿਸੇ ਵੇਲੇ ਵੀ ਫਿਰ ਐਲਾਨ ਹੋ ਜਾਏਗਾ। 6 ਮਹੀਨਿਆਂ ਦੇ ਅੰਦਰ ਇਹ ਜ਼ਿਮਨੀ ਚੋਣਾਂ ਹੋਣੀਆਂ ਨੇ ਤਾਂ ਉਹ ਸਕੈਜੂਲ ਦੇਖਣਗੇ ਆਪਣਾ, ਤੇ ਜਿਵੇਂ ਹੀ ਸ਼ੈਡਿਊਲ ਬਣਿਆ ਉਹਨਾਂ ਦਾ ਉਹਨਾਂ ਨੇ ਨੋਟੀਫਿਕੇਸ਼ਨ ਜਾਰੀ ਕਰ ਦੇਣਾ ਜੀ। ਇਸ ਵਾਸਤੇ ਇਹ ਜ਼ਿਮਨੀ ਚੋਣਾਂ ਤੋਂ ਇਲਾਵਾ ਜੇ ਆਪਾਂ ਦੇਖੀਏ ਪੰਚਾਇਤੀ ਚੋਣਾਂ ਅਤੇ ਸਥਾਨਕ ਸਰਕਾਰਾਂ, ਇਹਨਾਂ ਸਾਰਿਆਂ ਦੀਆਂ ਚੋਣਾਂ ਦਾ ਜਿਹੜਾ ਕੰਮ ਹੈ ਨਾ ਉਹ ਚੱਲਦਾ ਹੀ ਰਹੇਗਾ, ਕਦੇ ਕਿਤੇ ਕਦੀ ਕਿਤੇ ਕਦੀ ਕਿਤੇ। ਸੋ ਇਮਤਿਹਾਨ ਜਿਹੜੇ ਉਹ ਚੱਲਦੇ ਰਹਿਣਗੇ। ਬਾਕੀ ਇਮਤਿਹਾਨ ਦੇ ਵਿੱਚ ਉਹੀ ਜਿੱਤਦਾ ਹੁੰਦਾ, ਤੁਹਾਨੂੰ ਪਤਾ ਹੀ ਆ, ਪਰ ਜਿਹਦੇ ਚ ਦਮ ਹੋਵੇ। ਤਾਂ ਬਾਕੀ ਗੱਲ ਸਾਡੀ ਤੋਂ ਜਿਵੇਂ ਇਤਰਤ ਨੇ ਕਿਹਾ ਸੀਗਾ ਨਾ ਕਿ ਜੀਤ ਕੀ ਔਰ ਨਾ ਹਾਰ ਕੀ ਜਿੱਦ ਹੈ, ਦਿਲ ਕੋ ਸ਼ਾਇਦ ਕਰਾਰ ਕੀ ਜਿੱਦ ਹੈ। ਸਾਨੂੰ ਤੇ ਚਲੋ ਖਬਰਾਂ ਕਰਨੀਆਂ ਪੈਂਦੀਆਂ, ਪਰ ਗੱਲ ਇਹ ਆ ਕਿ ਦਿਲ ਨੂੰ ਕਰਾਰ ਆ ਜਾਵੇ। ਕਰਾਰ ਦਾ ਮਤਲਬ ਹੁੰਦਾ ਆਰਾਮ ਆ ਜਾਵੇ, ਤੇ ਐਸਾ ਕੋਈ ਚੁਣ ਕੇ ਜਾਵੇ, ਐਸਾ ਇਲੈਕਸ਼ਨ ਦੇ ਵਿੱਚੋਂ ਕੋਈ ਨਿਜ਼ਾਮ ਨਿਕਲੇ ਜਿਹੜਾ ਸਾਡਾ ਵਧੀਆ ਕਹ ਲਓ ਕਿ ਮਸਲਾ ਹੱਲ ਕਰਕੇ ਵਧੀਆ ਤਰੀਕੇ ਨਾਲ ਸਾਡੇ ਮੁਸਤਕਬਲ ਨੂੰ ਕਾਇਮ ਕਰੇ। ਤਾਂ ਇਹ ਇਲੈਕਸ਼ਨ ਤੇ ਉਦਾਂ ਪੰਜਾਬ ਦੇ ਵਿੱਚ ਹੁਣ ਨਹੀਂ ਰੁਕਣਗੇ, ਇਹ ਤੇ ਚੱਲਦੇ ਹੀ ਜਾਣੇ ਆ। ਇਸ ਸਾਲ ਤੱਕ ਕਹਿ ਲਓ ਕਿ ਇਲੈਕਸ਼ਨ ਦੀ ਰੁੱਤ, ਇਲੈਕਸ਼ਨ ਦੀ ਬੇਲਾ ਰਹਿਣੀ ਹੈ। ਜੀ ਜੀ। ਤੇ ਪੰਜਾਬ ਦੇ ਵਿੱਚ ਝੋਨੇ ਦੀ ਲਵਾਈ ਸ਼ੁਰੂ ਹੋ ਗਈ ਮਿੰਟੂ ਜੀ? 6 ਜ਼ਿਲ੍ਹਿਆਂ ਦੇ ਵਿੱਚ ਅੱਜ ਸ਼ੁਰੂ ਹੋ ਗਈ ਹੈ ਲਵਾਈ। ਠੀਕ ਹੈ। ਦੇਖੋ ਉਹਦੇ ਚ ਜਿੱਦਾਂ ਫਰੀਦਕੋਟ ਆ ਗਿਆ, ਮੁਕਤਸਰ ਆ ਗਿਆ, ਇਹ ਜ਼ਿਲ੍ਹੇ ਜਿਹੜੇ ਆ ਇਸ ਜ਼ੋਨ ਦੇ ਵਿੱਚ ਇਹਨਾਂ ਨੇ ਅੱਜ ਸ਼ੁਰੂਆਤੀ ਦੌਰ ਚ ਝੋਨੇ ਦਾ ਆਗਾਜ਼ ਕਰਵਾ ਦਿੱਤਾ। ਦੇਖੋ ਗੱਲ ਇਹ ਆ ਕਿ ਠੀਕ ਆ, ਫਾਜ਼ਿਲਕਾ, ਫਰੀਦਕੋਟ, ਬਠਿੰਡਾ, ਫਿਰੋਜ਼ਪੁਰ ਇਹ ਵਾਰੀ ਪਹਿਲਾਂ ਆ ਜਾਂਦੀ ਆ, ਤੇ ਪਰ ਐਤਕੀ ਕੀ ਆ, ਲੋਕ ਸਾਡੇ ਵੀ ਨਾ, ਮੈਂ ਸਿੱਧੀ ਗੱਲ ਦੱਸਾਂ, ਮੇਰੀ ਗੱਲ ਕਈ ਵਾਰ ਕੌੜੀ ਫਿੱਕੀ ਲੱਗਦੀ ਆ, ਲੋਕ ਸਾਡੇ ਵੀ ਡਾਂਗਾਂ ਦੇ ਯਾਰ ਆ।
ਐਤਕੀ ਬਿਜਲੀ ਦਿੱਤੀ ਇਲੈਕਸ਼ਨ ਕਰਕੇ ਭਗਵੰਤ ਮਾਨ ਹੋਰਾਂ ਨੇ ਜ਼ਿਆਦਾ। ਇਸ ਗੱਲੋਂ ਤਾਰੀਫ ਸਮਝ ਲਓ ਜਾਂ ਹਕੀਕਤ ਸਮਝ ਲਓ, ਸਾਡਾ ਫਰਜ਼ ਆ ਕਿ ਇਹਨਾਂ ਨੇ ਖੇਤਾਂ ਨੂੰ ਜਿਹੜੀ ਬਿਜਲੀ ਜਾਂਦੀ ਆ ਪੂਰੀ ਦਿੱਤੀ। ਉਹਦੇ ਵਿੱਚ ਕੀ ਕੀਤਾ ਲੋਕਾਂ ਨੇ ਪਹਿਲਾਂ ਹੀ ਅੱਜ ਤੋਂ 25 ਦਿਨ ਪਹਿਲਾਂ ਝੋਨਾ ਲਾਇਆ ਹੋਇਆ ਲੋਕਾਂ ਨੇ, ਜਦੋਂ ਲਾਈਟ 8-8 10-10 ਘੰਟੇ ਵੀ ਦਿੱਤੀ ਹੈ ਨਾ ਜੀ, 12-12 ਘੰਟੇ ਵੀ ਦਿੱਤੀ ਹੈ। ਦੇਖੋ ਕੀ ਇਹ ਬੇਈਮਾਨੀ ਨਹੀਂ ਕੀ, ਇਹ ਬੇਈਮਾਨੀ ਨਹੀਂ ਕੀ? ਕੋਈ ਕਿਸਾਨ ਆਗੂ ਹੱਥ ਖੜਾ ਕਰਕੇ ਕਹਦੇ ਵੀ ਕੋਈ ਅਪੀਲ ਕੀਤੀ ਹੈ ਜੀ ਕਿ ਪਾਣੀ ਦਾ ਨਾਸ ਨਾ ਮਾਰੋ ਯਾਰ, ਕੀ ਹੋ ਗਿਆ ਜੇ ਲਾਈਟ ਮਿਲ ਰਹੀ ਹੈ ਤਾਂ? ਮੈਂ ਤੁਹਾਨੂੰ ਏਰੀਏ ਦੱਸ ਦੂੰਗਾ ਕਿਹੜੇ ਏਰੀਏ 'ਚ ਝੋਨਾ ਲੱਗਾ, ਜਾ ਕੇ ਦੇਖ ਲਿਓ ਜੀ, ਚੈੱਕ ਕਰ ਲਿਓ। ਤਾਂ ਮਤਲਬ ਆ ਲੱਖਾ ਸਧਾਣਾ ਲਾਈਵ ਹੋਇਆ, ਮੈਂ ਅੱਜ ਟ੍ਰਿਬਿਊਨ ਤੇ ਖਬਰ ਵੀ ਪੜ੍ਹੀ, ਭੈਣੀ ਬਾਗਾ ਦੇ ਲਾਗੇ ਉੱਥੇ ਝੋਨੇ ਲੱਗੇ ਪਏ ਨੇ। ਤਾਂ ਗੱਲ ਇਹ ਆ ਕਿ ਯਾਰ ਥੋੜਾ ਸਬਰ ਕਰ ਲਓ, ਪਰ ਲੋਕ ਸਿਆਣੇ ਵੀ ਬਹੁਤ ਨੇ। ਇੱਧਰ ਸਾਡੇ ਪਿੰਡਾਂ 'ਚ ਨਾਮੋ ਨਿਸ਼ਾਨ ਹੀ ਨਹੀਂਗਾ। ਅੱਜ ਇੱਕ ਮੁੰਡਾ ਮਿਲਿਆ, ਮਾਡਰਨ ਕਿਸਾਨ ਆ, ਤੇ ਉਹ ਝੋਨਾ ਕੇਰ ਕੇ ਬੀਜਦਾ। ਉਹ ਕਹਿੰਦਾ ਵੀ ਮੇਰਾ ਟਾਰਗੇਟ ਹੈ ਭਾਜੀ ਕਿ ਮੈਂ 25-26 ਤਰੀਕ ਤੱਕ ਲੈ ਕੇ ਜਾਊਂਗਾ ਝੋਨਾ ਆਪਦਾ, ਜਦ ਨੂੰ ਮਾਨਸੂਨ ਆ ਜਾਏਗਾ। ਕਹਿੰਦੇ 28 ਨੂੰ ਮਾਨਸੂਨ ਦੀ ਦੇਖੋ ਕਮਾਲ ਦੀ ਹੁੰਦੀ ਹੈ ਨਾ ਸੋਚ। ਉਹ ਕਹਿੰਦਾ 28 ਨੂੰ ਮਾਨਸੂਨ ਆਉਣ ਦੀ ਸੰਭਾਵਨਾ ਭਾਜੀ, ਮੈਂ ਹੌਲੀ ਹੌਲੀ ਕੇਰਦਾ 28 ਤੱਕ ਲੈ ਜਾਊਂਗਾ। ਥੋੜਾ ਕੇਰ ਲਿਆ, ਉਹਨਾਂ ਕੋ ਸੰਭਾਲਿਆ 28 ਤੱਕ ਮੁਕੰਮਲ ਕਰੂੰਗਾ, ਤਦ ਤੱਕ ਮਾਨਸੂਨ ਆ ਜਾਏਗਾ ਜੀ। ਪਰ ਇਹਨਾਂ ਨੂੰ ਪਤਾ ਨਹੀਂ ਕਿਹੜੀ ਅੱਗ ਲੱਗੀ ਹੈ, ਪਤਾ ਨਹੀਂ ਕਿੱਥੇ ਪਹੁੰਚਣਾ ਇਹਨਾਂ ਨੇ। ਸੋ ਇਹ ਕਿਸਾਨ ਆਗੂ ਜਿਹੜੇ ਆ ਉਹ ਬਿਲਕੁਲ, ਜੇ ਤੇ ਕੋਈ ਉੱਥੇ ਝੋਨਾ ਵਾਹੁਣ ਆ ਜਾਏ ਇਹਨਾਂ ਨੇ ਅੱਗੇ ਲਿਟ ਜਾਣਾ ਟਰੈਕਟਰਾਂ ਦੇ ਝੰਡੇ ਫੜ ਕੇ, ਇਹਨਾਂ ਨੂੰ ਕੋਈ ਨਹੀਂ ਕੁਝ ਕਹੇਗਾ ਜੀ। ਤੇ ਨਰਮੇ ਦਾ ਵੀ ਐਤਕੀ ਬੁਰਾ ਹਾਲ ਹੈ। ਕਿਸਾਨ ਜਿਹੜਾ ਡਾਇਵਰਸਿਫਿਕੇਸ਼ਨ ਦਾ ਕਹਿ ਕੇ ਇਹਨਾਂ ਨੇ ਭੱਛੇ ਚੜਿਆ ਸੀਗਾ, ਉਹ ਡਾਇਵਰਸਿਫਿਕੇਸ਼ਨ ਦੀ ਵੀ ਫੂਕ ਨਿਕਲ ਗਈ ਜੇ ਐਤਕੀ। ਜਿਹੜਾ ਨਰਮਾ ਸਾਡੀ ਸੰਭਾਲਾ ਦੇ ਵਿੱਚ ਪੰਜਾਬ 'ਚ 7.5 ਲੱਖ ਹੈਕਟੇਅਰ ਤੱਕ ਗਿਆ ਸੀ। 7.5 ਲੱਖ ਹੈਕਟੇਅਰ ਦਾ ਮਤਲਬ ਇਹ ਆ ਕਿ 1 ਕਰੋੜ ਵਾਹੀਯੋਗ ਕਿੱਲਾ ਜ਼ਮੀਨ ਦਾ, ਉਹਦੇ 'ਚ ਤੁਸੀਂ ਹਿਸਾਬ ਲਾ ਲਓ 6ਵਾਂ ਹਿੱਸਾ ਨਰਮਾ ਹੁੰਦਾ ਸੀ ਸਾਡੀ ਸੰਭਾਲਾ 'ਚ ਜੀ ਪੰਜਾਬ 'ਚ। ਤਾਂ ਆਪੇ ਕਾਹਦਾ ਰੌਲਾ ਪਰਾਲੀ ਦਾ, ਕਾਹਦਾ ਰੌਲਾ ਪਾਣੀ ਦਾ, ਉਦੋਂ ਸਭ ਕੁਝ ਠੀਕ ਸੀਗਾ। ਤੇ ਬਾਕੀ ਹੋਰ ਡਾਇਵਰਸਿਫਿਕੇਸ਼ਨ ਦੀਆਂ ਫਸਲਾਂ ਲਾ ਲਓ, ਗੰਨਾ, ਕਮਾਦ, ਕੋਈ ਦੂਜੀਆਂ ਸਬਜ਼ੀਆਂ, ਕਿੰਨਾ ਕੁਛ ਉਹ ਵੀ ਵਿੱਚ ਲਾ ਲਓ। ਤੇ ਬੈਲੈਂਸ ਸੀਗਾ ਨਾ, ਉਹ ਮੈਂ ਦੂਰ ਦੀਆਂ ਗੱਲਾਂ ਨਹੀਂ ਕਰਦਾ, 90-95 ਦੀਆਂ ਗੱਲਾਂ ਨੇ। ਤਾਂ ਉਸ ਵੇਲੇ ਤੇ ਅੱਜ ਪਤਾ ਕਿੰਨਾ ਹੈ ਸਾਡਾ ਰਕਬਾ ਜੀ, ਮਹਿਜ਼ 98,000 ਹੈਕਟੇਅਰ। 98,000 ਹੈਕਟੇਅਰ। ਤੇ ਇਹ ਕਹਿੰਦੇ ਸੀ ਅਸੀਂ ਰਕਬਾ ਵਧਾ ਦੇਾਂਗੇ, ਇਹ ਕਰਾਂਗੇ, ਉਹ ਕਰਾਂਗੇ। ਸੁਫੂਕ ਨਿਕਲ ਗਈ ਆ। ਇਹ ਝੋਨੇ ਦਾ ਪਹਿਲਾ ਕਹਿ ਲਓ ਕਿ ਜਿਹੜਾ ਕਲਸਟਰ ਬਣਾਇਆ ਇਹਨਾਂ ਨੇ, ਉਹਦੇ ਵਿੱਚ ਝੋਨਾ ਲੱਗਣਾ ਸ਼ੁਰੂ ਹੋ ਗਿਆ। ਪਰ ਮੈਂ ਜਿਵੇਂ ਤੁਹਾਨੂੰ ਦੱਸਿਆ, ਅਫਸੋਸਨਾਕ ਗੱਲ ਆ ਤੇ ਬੜੀ ਕਹਿ ਲਓ ਕਿ ਸਾਡੇ ਵਾਸਤੇ ਤਰਾਸਦਿਕ ਗੱਲ ਆ ਕਿ ਕੁਝ ਲੋਕਾਂ ਨੇ ਫਾਇਦਾ ਚੁੱਕ ਕੇ ਪਹਿਲਾਂ ਹੀ ਝੋਨਾ ਲਾ ਦਿੱਤਾ। ਐ ਲੱਗਿਆ ਜਿਵੇਂ ਕਿ ਬਾਅਦ ਦੇ ਵਿੱਚ ਤੇ ਪਤਾ ਨਹੀਂ ਲਾਈਟ ਆਉਣੀ ਹੈ ਜਾਂ ਪਾਣੀ ਥੱਲਿਓਂ ਨਿਕਲਣਾ ਕਿ ਨਹੀਂ ਨਿਕਲਣਾ, ਪਹਿਲਾਂ ਅਸੀਂ ਝੋਨਾ ਪਕਾ ਲਈਏ। ਸੋ ਇਹ ਮੇਰੇ ਖਿਆਲ ਦੇ ਨਾਲ ਸਾਨੂੰ ਇਹ ਸੋਚ ਛੱਡਣੀ ਚਾਹੀਦੀ ਆ, ਕਿਉਂਕਿ ਪਾਣੀ ਅਖੀਰ ਸਾਡਾ, ਜ਼ਮੀਨ ਸਾਡੀ ਆ। ਜੇ ਅਸੀਂ ਸੰਕੋਚ ਕੇ ਚੱਲੀਏ, ਘੱਟੋ ਘੱਟ ਬੰਦ ਨਹੀਂ ਕਰਨਾ, ਤਾਂ ਉਹਦਾ ਫਾਇਦਾ ਵੀ ਤਾਂ ਸਾਨੂੰ ਹੀ ਆ ਜੀ। ਬਿਲਕੁਲ ਮਿੰਟੂ ਜੀ, ਲੋਕਾਂ ਦਾ ਤਾਂ ਕਸੂਰ ਹੈਗਾ, ਪਰ ਤੁਸੀਂ ਦੇਖੋ ਕਿ ਪਾਣੀ ਦੇ ਐਡੇ ਵੱਡੇ ਸੰਕਟ ਦੇ ਹੋਣ ਦੇ ਬਾਵਜੂਦ ਸਾਡੀਆਂ ਜਿਹੜੀਆਂ ਸਰਕਾਰਾਂ ਜਾਂ ਸਾਡੇ ਜਿਹੜੇ ਖੇਤੀਬਾੜੀ ਮਾਹਰ ਹੈ, ਉਹ ਹਲੇ ਤੱਕ ਝੋਨੇ ਦਾ ਕੋਈ ਬਦਲ ਹੀ ਨਹੀਂ ਤਲਾਸ਼ ਸਕੇ, ਕੋਈ ਇਹੋ ਜਿਹੀ ਕਿਸਮ ਨਹੀਂ ਕੱਢ ਸਕੇ ਜਿਹੜੀ ਘੱਟ ਪਾਣੀ ਨਾਲ ਪਲਦੀ ਹੋਵੇ। ਬਾਸਮਤੀ ਦਾ ਪਤਾ ਕੋਈ ਨਹੀਂ, ਰੇਟ ਮਿਲੇ ਨਾ ਮਿਲੇ। ਨਰਮੇ ਦਾ ਤੁਸੀਂ ਹਾਲ ਦੱਸ ਹੀ ਦਿੱਤਾ। ਸੋ ਸਾਡੇ ਲਈ, ਸਾਡੀਆਂ ਸਰਕਾਰਾਂ ਲਈ ਖੇਤੀ ਕੋਈ ਦੇਖੋ, ਝੋਨੇ ਦੇ ਬੀਜ ਆ ਰਹੇ ਨੇ, ਹੁਣ ਕਿਸਮਾਂ ਆ ਰਹੀਆਂ ਨੇ, ਜਿਹੜੀਆਂ ਕਿਸਮਾਂ ਮਤਲਬ ਕਿ ਛੇਤੀ ਪੱਕ ਜਾਂਦੀਆਂ। ਉਹ ਅਵੇਅਰਨੈਸ ਦੀ ਵੀ ਜ਼ਰੂਰਤ ਹੈ, ਪਰ ਕੁਝ ਸੰਜਮ ਸਾਨੂੰ ਵੀ ਰੱਖਣ ਦੀ ਜ਼ਰੂਰਤ ਆ। ਤੁਸੀਂ ਮੈਨੂੰ ਇੱਕ ਗੱਲ ਦੱਸੋ ਕਿ ਬਈ 15 ਦਿਨਾਂ 'ਚ ਕੀ ਫਰਕ ਪੈ ਜਾਊਗਾ? ਕੋਈ ਫਰਕ ਨਹੀਂ ਪੈਂਦਾ, ਨਹੀਂ ਫਰਕ ਪੈਂਦਾ। 10-15 ਦਿਨਾਂ 'ਚ ਝੋਨੇ ਦਾ ਕੋਈ ਫਰਕ ਨਹੀਂ ਪੈਂਦਾ। ਕੀ 25 ਦਿਨ ਪਹਿਲਾਂ ਤੁਸੀਂ ਦੇਖੋ ਕਿ ਮਈ ਦੇ ਵਿੱਚ ਜਾਂ ਜੂਨ ਦੇ ਸ਼ੁਰੂਆਤ ਦੇ ਵਿੱਚ ਜਦੋਂ ਇੰਨੀ ਲੋ ਚੱਲ ਰਹੀ ਸੀ, ਤਾਂ ਤੁਸੀਂ ਕਿੰਨਾ ਪਾਣੀ ਵੇਸਟ ਕਰ ਦਿੱਤਾ ਹੋਏਗਾ। ਨਹੀਂ, ਸਗੋਂ ਕਈ ਵਾਰੀ ਤਜਰਬਾ ਇਹ ਵੀ ਕੀਤਾ ਮਿੰਟੂ ਜੀ ਕਿ ਜਦੋਂ ਅਗੇਤਾ ਝੋਨਾ ਆਪਾਂ ਲਾ ਦਿੰਦੇ ਆ ਨਾ, ਤੇ ਕਈ ਵਾਰੀ ਮੀਂਹ ਲੇਟ ਪੈ ਜਾਂਦੇ ਤੇ ਸਭ ਤੋਂ ਜ਼ਿਆਦਾ ਨੁਕਸਾਨ ਉਦੋਂ ਅਗੇਤੇ ਝੋਨੇ ਦੇ ਹੁੰਦਾ, ਕਿਉਂਕਿ ਪੱਕਣ ਦੇ ਅਗੇਤੇ ਝੋਨੇ ਦਾ ਜਿਹੜਾ ਭਾਰਾ ਹੋਏਗਾ। ਉਹੀ ਗੱਲ ਹੈ ਨਾ, ਸੰਜਮ ਤੋਂ ਕੰਮ ਲੈਣਾ ਚਾਹੀਦਾ। ਚਲੋ ਝੋਨਾ ਜੋ ਵੀ ਹੈ ਠੀਕ ਹੈ, ਮੈਂ ਕਹਿੰਦਾ ਕਿ ਕਿਸਮਾਂ ਵੀ ਹੋਣ, ਵਧੀਆ ਹੋਣ। ਵੈਸੇ ਲਿਆ ਰਹੇ ਆਏ ਵੀ ਥੋੜੇ ਸਮੇਂ 'ਚ ਪੱਕ ਜਾਣ ਜਿਹੜੀਆਂ
ਤੇ ਅਗੇਤੀਆਂ ਪੱਕ ਜਾਣ, ਮੋਇਸਚਰ ਦੀ ਸਮੱਸਿਆ ਵੀ ਆਉਂਦੀ ਆ, ਉਹ ਚਲੋ ਬਾਅਦ ਦੀ ਗੱਲ ਆ। ਪਰ ਜੇ ਕੋਈ ਸਹੂਲੀਅਤ ਤੁਹਾਨੂੰ ਮਿਲ ਰਹੀ ਹੈ, ਫ੍ਰੀ ਮਿਲ ਰਹੀ ਹੈ, ਉਹ ਯਾਰ ਇੰਨਾ ਜ਼ਿਆਦਾ ਤਾਂ ਨਾ ਧਰਤੀ ਦੇ ਨਾਲ ਧਰੋਹ ਕਰੋ। ਪਾਣੀ ਤੇ ਜਿਨ੍ਹਾਂ ਲੋਕਾਂ ਦੀ ਖੇਤੀ ਨਹੀਂ ਹੈ ਉਹਨਾਂ ਦੀ ਵੀ ਜ਼ਰੂਰਤ ਹੈ ਨਾ, ਪਾਣੀ ਤੇ ਉਹਨਾਂ ਦਾ ਵੀ ਹੱਕ ਹੈ ਪੰਜਾਬ 'ਚ ਰਹਿੰਦਿਆਂ ਦਾ। ਬਿਲਕੁਲ ਨਾਲੇ ਝੋਨੇ ਦੀ ਮਿੰਟੂ ਜੀ ਕਿਸਮ ਇੱਕ ਹੈਗੀ, ਚਲੋ ਆਪਾਂ ਨਾਂ ਤਾਂ ਉਹਦਾ ਕੀ ਲੈਣਾ, ਉਹਦੀ ਪਰਾਲੀ ਬਹੁਤ ਘੱਟ ਹੁੰਦੀ ਹੈ, ਮਤਲਬ ਉਹ ਕੱਦ ਮਸਾਂ ਗੋਡਿਓਂ ਤਾਂ ਤਿੱਕਰ ਕਰਦਾ ਉਹ ਕੱਦ, ਉਹਦਾ ਝਾੜ ਵੀ ਬਹੁਤ ਆ, ਪਰ ਉਹਦੇ 'ਚ ਇੱਕ ਬਹੁਤ ਵੱਡਾ ਡਰਾਬੈਕ, ਉਹਦਾ ਇੱਕ ਨੁਕਸਾਨ, ਉਹ ਟਾਈਮ ਬਹੁਤ ਲੰਬਾ ਲੈਂਦਾ। ਮਤਲਬ ਘੱਟੋ ਘੱਟ ਉਹ ਤੁਸੀਂ ਦੇਖ ਲਓ ਕਿ ਹੁਣ ਜੇ ਲਾਇਆ ਆਪਾਂ ਜੂਨ 'ਚ ਵੀ ਲਾਤਾ ਤੇ ਉਹਨੇ ਨਵੰਬਰ ਤੱਕ ਦਾ ਹੀ ਟਾਈਮ ਲੈ ਜਾਂਦਾ, ਅਕਤੂਬਰ ਤੱਕ ਦਾ ਟਾਈਮ ਉਹ ਲੈ ਜਾਂਦਾ। ਸੋ ਉਹ ਚੀਜ਼ ਤੇ ਸਾਨੂੰ ਧਿਆਨ ਦੇਣ ਦੀ ਲੋੜ ਹੈ। ਜਿਵੇਂ ਤੁਸੀਂ ਕਿਹਾ ਵੀ ਕਿਸਮਾਂ ਤਾਂ ਆ ਰਹੀਆਂ ਜਿਹੜੀਆਂ ਬੌਣੀਆਂ ਵੀ ਹੋਣ, ਪਰਾਲੀ ਘੱਟ ਹੋਵੇ। ਬਿਲਕੁਲ ਅਸਲ ਦੇ ਵਿੱਚ ਕੀ ਹੈ ਕਿ ਰੌਲਾ ਕੱਲਾ ਇਹ ਨਹੀਂ ਹੈ, ਰੌਲਾ ਤਾਂ ਕਲਾਈਮੇਟ ਚੇਂਜ ਦੇ ਮੱਦੇਨਜ਼ਰ ਸਾਰੀਆਂ ਫਸਲਾਂ ਨੂੰ ਵੇਖਣਾ ਪਊਗਾ। ਤੁਹਾਡਾ ਕਣਕ ਦਾ ਜਿਹੜਾ ਚੱਕਰ ਆ ਉਹ ਵੀ ਹੁਣ ਬਹੁਤ ਕਸੂਤਾ ਹੈ। ਕਣਕ ਵੀ ਤਾਂ ਮਰ ਗਈ ਸੀਗੇ ਨਾ, ਕਣਕ ਵੱਢਣ ਵੇਲੇ ਤਾਂ ਮੀਂਹ ਪੈ ਗਿਆ, ਹੁਣ ਆਪਾਂ ਦੇਖਿਆ ਹੀ ਹੈ। ਕਈ ਵਾਰ ਇੱਕ ਵਾਰੀ ਸੋਕਾ ਪਿਆ ਕਣਕ ਨੂੰ, ਹਾਂਜੀ ਉਦੋਂ ਇੱਕ ਵਾਰੀ ਜ਼ਿਆਦਾ ਮੀਂਹ ਪੈ ਗਏ। ਤਾਂ ਕਲਾਈਮੇਟ ਚੇਂਜ ਦੇ ਮੱਦੇਨਜ਼ਰ ਤਾਂ ਤੁਹਾਨੂੰ ਸਾਰੇ ਜਿਹੜੇ ਅਨਾਜ ਨੇ ਉਹਨਾਂ ਦੇ ਨਵੇਂ ਸਿਰੋਂ ਦੇਖਣਾ ਪਊਗਾ ਤੁਹਾਨੂੰ। ਉਹ ਤਾਂ ਪੰਜਾਬ ਨੂੰ ਬਹੁਤ ਪਹਿਲਾਂ, ਅੱਜ ਤੋਂ 10-15 ਸਾਲ ਪਹਿਲਾਂ ਖੋਜਾਂ ਤੇ ਲੱਗ ਜਾਣਾ ਚਾਹੀਦਾ ਸੀਗਾ। ਹਾਂਜੀ ਬਿਲਕੁਲ, ਕਿ ਸਾਡੇ ਵਾਸਤੇ ਸਮੇਂ ਅਨੁਸਾਰ ਬਈ ਕਿਹੜੀ ਕਿਸਮ ਜਿਹੜੀ ਹੈ ਉਹ ਠੀਕ ਰਹੇਗੀ, ਪਾਣੀ ਵੀ ਬਚੇ। ਸਾਡਾ ਕਲਾਈਮੇਟ ਚੇਂਜ ਦਾ ਜਿਹੜਾ ਚੈਲੰਜ ਹੈ ਪੂਰੇ ਸੰਸਾਰ ਦੇ ਸਾਹਮਣੇ, ਕਿ ਅਸੀਂ ਇਹਦੇ ਤੋਂ ਵੀ ਬਚੀਏ। ਜੀ ਤੇ ਮਿੰਟੂ ਜੀ ਜਾਂਦੇ ਜਾਂਦੇ ਗੱਲ ਕਰੀਏ ਰਾਹੁਲ ਗਾਂਧੀ ਦੇ ਬਿਆਨ ਦੀ, ਕਹਿੰਦੇ ਮੋਦੀ ਤਾਂ ਕਾਂਸ਼ੀ ਦੇ ਵਿੱਚੋਂ ਵੀ ਮਸਾਂ ਜਾਨ ਬਚਾ ਕੇ ਨਿਕਲੇ ਆ ਜੀ। ਇਹਨੂੰ ਹੋਰ ਕੀ ਮੰਨੀਏ? ਮੈਂ ਤੇ ਮੰਨਦਾ ਕਿ ਫਿਰ ਇਹਦਾ ਮਤਲਬ ਹੈ ਕਿ ਤੁਹਾਨੂੰ ਆਪਦੇ ਮੂੰਹ ਤੇ ਆਪ ਚਪੇੜ ਮਾਰਨੀ ਚਾਹੀਦੀ ਹੈ। ਤੁਸੀਂ ਆਪਣੀ ਗਲਤੀ ਨੂੰ ਬਹਾਦਰੀ ਕਰ ਰਹੇ ਹੋ। ਤੁਸੀਂ ਆਪਣੀ ਗਲਤੀ ਨੂੰ ਜੇਕਰ ਬਹਾਦਰੀ ਗਿਣ ਰਹੇ ਹੋ ਤਾਂ ਮਤਲਬ ਹੈ ਕਿ ਬੇਵਕੂਫੀ ਅਜੇ ਤੁਹਾਡੇ ਦਿਮਾਗ ਚੋਂ ਨਿਕਲੀ ਨਹੀਂ ਹੈ। ਜੀ ਅਸੀਂ ਬੇਵਕੂਫ ਹਾਂ ਜਿਹੜੇ ਤੁਹਾਨੂੰ ਸਿਆਣਾ ਗਿਣਦੇ ਆ। ਹਜ਼ੂਰ ਦੇਖੋ, ਜੇ ਮੰਨ ਲਓ ਇਹ ਗੱਲ ਕਹਿੰਦੇ ਆ ਕਿ ਪ੍ਰਿਯੰਕਾ ਗਾਂਧੀ ਜੇ ਇਲੈਕਸ਼ਨ ਲੜ ਲੈਂਦੀ ਤੇ ਮੋਦੀ 1.5 ਤੋਂ 2 ਲੱਖ ਵੋਟਾਂ ਨਾਲ ਹਾਰ ਸਕਦੇ ਸਨ, ਉੱਥੋਂ ਜਾਨ ਬਚਾ ਕੇ ਨਿਕਲੇ ਮਸਾਂ। ਗੱਲ ਬਿਲਕੁਲ ਸੱਚ ਆ ਕਿ 6-7 ਦਿਨਾਂ ਦੇ ਵਿੱਚ ਅਜੇ ਰਾਏ ਜਿਹੜਾ ਕਿ ਵਿਧਾਇਕੀ ਹਾਰ ਗਿਆ ਸੀ ਐਤਕੇ, 3 ਇਲੈਕਸ਼ਨ ਹਾਰ ਚੁੱਕਾ ਲਗਾਤਾਰ। ਅਜੇ ਰਾਏ ਨੇ 5-6 ਘੰਟੇ ਸੰਘ ਸੁਕਾ ਛੱਡੇ ਇਹਨਾਂ ਦੇ ਸੰਘੀਆਂ ਦੇ। ਪਰ ਜੇ ਤੁਸੀਂ ਪ੍ਰਿਯੰਕਾ ਗਾਂਧੀ ਨੂੰ ਉੱਥੇ ਨਹੀਂ ਦਿੱਤਾ ਤੁਹਾਡੀ ਗਲਤੀ ਉਮੀਦਵਾਰ ਦੇ ਤੌਰ ਤੇ, ਫਿਰ ਗਲਤੀ ਕਿਹਦੀ ਹੈ? ਤਾਂ ਹੁਣ ਤੁਸੀਂ ਇਹਦੇ ਤੇ ਦਮ ਦਰਜੇ ਮਾਰੋ ਤੇ ਫਿਰ ਤੁਹਾਡੇ ਤੋਂ ਨਲਾਇਕ ਬੰਦਾ ਕੌਣ ਹੈ? ਮਾਫ ਕਰਨਾ, ਇਹ ਤਾਂ ਤੁਹਾਡੀ ਗਲਤੀ। ਪਰ ਗਲਤੀ ਇਹਨਾਂ ਦੀ ਇੱਕ ਥਾਂ ਤੇ ਨਹੀਂ ਹੈ। ਯੂਪੀ ਦੇ ਵਿੱਚ ਵੀ 7-8 ਸੀਟਾਂ ਹੋਰ ਆਉਂਦੀਆਂ ਸਨ, ਮੈਂ ਤੁਹਾਨੂੰ ਦੱਸ ਸਕਦਾ ਜੀ। 7-8 ਸੀਟਾਂ ਜੋ ਰਾਵਣ ਦੀ ਪਾਰਟੀ ਉਹਦੇ ਨਾਲ ਸਮਝੌਤਾ ਕੀਤਾ ਜਾਂਦਾ ਤਾਂ ਭਾਜਪਾ ਜਿੱਥੇ ਮਤਲਬ ਕਿ 5 ਤੋਂ 20 ਹਜ਼ਾਰ ਦੇ ਮਾਰਜਨ ਨਾਲ ਜਿੱਤੀ, ਉੱਥੇ ਉਹਨਾਂ ਦੇ ਬੰਦੇ 8-10 ਹਜ਼ਾਰ ਵੋਟਾਂ ਲੈ ਗਏ। ਪ੍ਰਕਾਸ਼ ਅੰਬੇਦਕਰ ਮਹਾਰਾਸ਼ਟਰ ਦੇ ਵਿੱਚ ਹੋਰ ਨੁਕਸਾਨ ਕਰ ਗਿਆ ਇਹਨਾਂ ਦਾ। ਭੀਮਰਾਓ ਅੰਬੇਦਕਰ ਜੀ ਦਾ ਪੋਤਾ, ਉਹਦੇ ਨਾਲ ਵੀ ਗੱਠਜੋੜ ਨਹੀਂ ਹੋਇਆ। ਕਰਨਾਟਕ ਦੇ ਵਿੱਚ ਤੁਹਾਡੀ ਸਰਕਾਰ ਬਹੁਤ ਉਮੀਦ ਸੀ, ਉੱਥੇ ਵੀ ਤੁਸੀਂ ਭਾਜਪਾ ਨੂੰ ਆਸਾਨੀ ਨਾਲ ਜਿੱਤਣ ਦਾ ਮੌਕਾ ਦੇ ਦਿੱਤਾ ਜੀ। ਤਾਂ ਇਹਨਾਂ ਚੀਜ਼ਾਂ ਤੇ ਅਧਿਐਨ ਕਰਕੇ ਸਗੋਂ ਪਛਤਾਵਾ ਕਰਨਾ ਚਾਹੀਦਾ ਤੁਹਾਨੂੰ। ਤੁਸੀਂ ਤੇ ਏਦਾਂ ਇਤਰਾ ਰਹੇ ਹੋ ਕਿ ਨਹੀਂ ਇਹ ਤਾਂ ਸਾਡੀ ਬਹਾਦਰੀ ਹੈ। ਮੇਰੇ ਖਿਆਲ ਦੇ ਨਾਲ ਬਿਲਕੁਲ ਕਹਿ ਜਾਇਜ਼ ਰਹੇ ਨੇ, ਕਹਿ ਸਹੀ ਰਹੇ ਆ ਕਿ ਪ੍ਰਿਯੰਕਾ ਗਾਂਧੀ ਹੁੰਦੀ ਤਾਂ ਵਾਕਿਆ ਉੱਥੇ, ਚਲੋ ਜਿੱਤ ਹਾਰ ਦਾ ਤਾਂ ਮੈਨੂੰ ਪਤਾ ਨਹੀਂ, ਮੈਂ ਕੁਝ ਪ੍ਰੈਡਿਕਟ ਨਹੀਂ ਕਰ ਸਕਦਾ। ਜੋ ਕੰਮ ਮਤਲਬ ਕਿ ਹੋਇਆ ਹੀ ਨਹੀਂ ਉਹਦੇ ਬਾਰੇ ਹੁਣ ਕੀ ਕਲਪਨਾ ਕੀਤੀ ਜਾ ਸਕਦੀ ਹੈ। ਪਰ ਉਹਦੇ ਨਾਲ ਦੋਹਰਾ ਫਾਇਦਾ ਹੋਣਾ ਸੀਗਾ। ਇੱਕ ਤੇ ਇਹ ਆ ਕਿ ਕੰਗਣਾ ਰਣੌਤ ਦੇ ਵਾਂਗੂ ਜਿਵੇਂ ਉਹ ਮੰਡੀ ਦੇ ਵਿੱਚੋਂ ਲੜ ਰਹੀ ਸੀ, ਤਾਂ ਤੁਸੀਂ ਹਿਸਾਬ ਲਾ ਲਓ ਉਹਦਾ ਇੱਕ ਨਾਂ ਹੀ ਸੀਗਾ, ਨਾਂ ਹੀ ਨੇ ਮਤਲਬ ਕਿ ਉਹ ਸੀਟ ਜਿਹੜੀ ਨਾ ਹੌਟ ਕਰ ਦਿੱਤੀ, ਇੰਨੀ ਹੌਟ ਕਰ ਦਿੱਤੀ ਕਿ ਕੰਗਣਾ ਰਣੌਤ ਜਿਹੜੀ ਸੀਗੀ ਉਹ ਅਖੀਰ ਤੇ ਜਿੱਤਦੀ ਆ। ਹਾਂਜੀ ਬਿਲਕੁਲ, ਮਤਲਬ ਕਿ ਉਹਦਾ ਪ੍ਰਚਾਰ ਹੀ ਆਪਣੇ ਆਪ ਇੰਨਾ ਹੋ ਗਿਆ। ਮੈਨੂੰ ਲੱਗਦਾ ਕਿ ਜੇਕਰ ਪ੍ਰਿਯੰਕਾ ਗਾਂਧੀ ਇਲੈਕਸ਼ਨ ਲੜਦੀ ਤੇ ਉਹ ਹੌਟ ਸੀਟ ਦਾ ਪ੍ਰਚਾਰ ਹੀ ਇੰਨਾ ਹੋ ਜਾਣਾ ਸੀ ਕਿ ਪ੍ਰਿਯੰਕਾ ਗਾਂਧੀ ਭਾਵੇਂ ਪ੍ਰਚਾਰ ਤੇ ਵੀ ਨਾ ਜਾਂਦੀ। ਸੋ ਇਸ ਵਾਸਤੇ ਇਹ ਚੀਜ਼ ਹੈ ਕਿ ਗਲਤੀਆਂ ਤਾਂ ਹੋਈਆਂ ਨੇ, ਆਪੋਜੀਸ਼ਨ ਤੋਂ ਗਲਤੀਆਂ ਤਾਂ ਹੋਈਆਂ ਨੇ, ਜੋ ਮਰਜ਼ੀ ਕਹਿਣ। ਨਰਿੰਦਰ ਮੋਦੀ ਉਹਨਾਂ ਨੇ ਵੀ ਗਲਤੀਆਂ ਘੱਟ ਨਹੀਂ ਕੀਤੀਆਂ, ਪਰ ਗਲਤੀਆਂ ਇਹਨਾਂ ਤੋਂ ਵੀ ਹੋਈਆਂ। ਜੀ ਜਦੋਂ ਲੜਾਈ ਜਾਂ ਮੈਚ ਖਤਮ ਹੋ ਜੇ ਮਿੰਟੂ ਜੀ, ਫਿਰ ਤਾਂ ਗਲਤੀਆਂ ਦੀਦੀਆਂ। ਫਿਰ ਉਸ ਤੋਂ ਬਾਅਦ ਤਾਂ ਕਿਉਂਕਿ
ਤੁਹਾਨੂੰ ਲੱਗਦਾ ਹੈ ਕਿ ਤਾਂ ਇੱਥੇ ਹੋ ਗਿਆ, ਆਹ ਹੋ ਗਿਆ, ਆਹ ਹੋ ਗਿਆ, ਜਦ ਕਿ ਪਹਿਲਾਂ ਤੁਹਾਡੀ ਰਣਨੀਤੀ ਦੇ ਵਿੱਚ ਕਈ ਅਹਿਮ ਚੀਜ਼ਾਂ ਖੁੱਸ ਜਾਂਦੀਆਂ ਨੇ ਤੁਹਾਡੇ ਤੋਂ, ਤੁਸੀਂ ਉਹਨਾਂ ਤੇ ਗੌਰ ਹੀ ਨਹੀਂ ਕਰਦੇ। ਪਰ ਇਹੀ ਹੈ ਕਿ ਗਲਤੀਆਂ ਤੋਂ ਜਿਹੜਾ ਬੰਦਾ ਲਰਨ ਕਰਦਾ ਹੈ ਨਾ, ਛੇਤੀ ਸਿੱਖਦਾ ਹੈ, ਤਾਂ ਉਹੀ ਚੈਂਪੀਅਨ ਬਣਦਾ, ਕਿਉਂਕਿ ਅਗਾਂਹ ਜਦੋਂ 올림픽 'ਚ ਜਾਂਦੇ ਆ ਨਾ, ਤਾਂ 올림픽 ਦਾ 골ਡ ਮੈਡਲਿਸਟ ਉਹ ਹੁੰਦਾ ਹੈ ਜਿਹਨੇ ਟੌਪ ਦੀ ਮਲਾਈ ਦੇ ਵਿੱਚ ਸਭ ਤੋਂ ਘੱਟ ਗਲਤੀਆਂ ਕੀਤੀਆਂ ਹੁੰਦੀਆਂ। ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।